एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहगुरु 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 वाहगुरु। वाहिगुरु जी का खालसा वाहिगुरु जी की फतेह। सिख मिशनरी ਕਾਲਜ ਲੁਧਿਆਣਾ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਜੋ ਵਿਸ਼ਾ ਹੈ ਉਸ ਨੂੰ ਆਰੰਭ ਕਰਨ ਦੀ ਆਪ ਪਾਸੋਂ ਦੋਹਾ ਜੋੜ ਕੇ ਅਸੀਸ ਮੰਗਦਾ ਹਾਂ ਔਰ ਇਸ ਗੱਲ ਦੀ ਵੀ ਖਿਮਾ ਚਾਹੁੰਦਾ ਹਾਂ ਕਿ ਨੈਟ ਦੀ ਕੋਈ ਪ੍ਰੋਬਲਮ ਹੋਣ ਕਰਕੇ ਮੈਂ ਕੁਝ ਲੇਟ ਆਪ ਜੀ ਨੂੰ ਜੁਆਇਨ ਕਰ ਰਿਹਾ। ਤੋ ਜਿਵੇਂ ਪਿਛਲੇ ਹਫਤੇ ਅਸੀਂ ਜਿੰਦਾ ਸ਼ਹੀਦ ਪ੍ਰਿੰਸੀਪਲ ਭਾਈ ਤਖਤ ਸਿੰਘ ਜੀ ਦੇ ਜੀਵਨ ਦੇ ਉੱਪਰ ਵਿਚਾਰਾਂ ਕੀਤੀਆਂ ਸਨ ਔਰ ਦੇਖਿਆ ਸੀਗੇ ਕਿੰਨੇ ਉਹ ਕਮਿਟਡ ਔਰ ਦ੍ਰਿੜ ਇਰਾਦੇ ਵਾਲੇ ਸਨ ਔਰ ਕਿਵੇਂ ਉਹ ਤਿਆਗੀ ਬਿਰਤੀ ਵਾਲੇ ਇਨਸਾਨ ਸਨ ਜਿਨ੍ਹਾਂ ਦਾ ਪਰਮਾਤਮਾ ਦੇ ਉੱਪਰ ਪੂਰਨ ਭਰੋਸਾ ਸੀ ਔਰ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਚੱਲਦੀ ਸੀਗੀ ਕਿ ਦੁਨੀਆ ਭਾਵੇਂ ਕਿਸੇ ਪਾਸੇ ਵੀ ਕਦੀ ਧੋਖਾ ਦੇ ਜਾਵੇ ਲੇਕਿਨ ਮੇਰਾ ਵਾਹਿਗੁਰੂ ਜਿਹੜਾ ਹੈ ਅਕਾਲ ਪੁਰਖ ਉਹ ਹਮੇਸ਼ਾ ਹੀ ਮੇਰੇ ਨਾਲ ਮੇਰੇ ਅੰਗ ਸੰਗ ਰਹੇਗਾ। ਤੋ ਅੱਜ ਅਸੀਂ ਅੱਗੇ ਗੱਲ ਕਰਦੇ ਹਾਂ ਕਿ ਜਿਹੜੇ ਪ੍ਰੋਜੈਕਟ ਭਾਈ ਸਾਹਿਬ ਜੀ ਨੇ 6 ਵੱਖ-ਵੱਖ ਪ੍ਰੋਜੈਕਟ ਚਲਾਏ ਸਨ ਉਹਨਾਂ ਵਿੱਚ ਖਰਚੇ ਵੱਧ ਗਏ, ਪ੍ਰੋਜੈਕਟ ਵੱਧ ਗਏ ਤੇ ਭਾਵੇਂ ਸਰਕਾਰੀ ਗ੍ਰਾਂਟ ਵੀ ਉਹਨਾਂ ਨੂੰ ਮਿਲਦੀ ਸੀ ਪਰ ਖਰਚੇ ਉਸ ਨਾਲੋਂ ਕਿਤੇ ਵੱਧ ਸਨ। ਕੁਝ ਪੰਥਕ ਸਹਾਇਤਾ ਵੀ ਘੱਟ ਹੋ ਗਈ ਸੀ ਕਿਉਂਕਿ ਆਮ ਖਿਆਲ ਸੀ ਕਿ ਆਸ਼ਰਮ ਨੂੰ ਸਰਕਾਰੀ ਅਤੇ ਰਿਆਸਤੀ ਸਹਾਇਤਾ ਕਾਫੀ ਮਿਲ ਰਹੀ ਹੈ, ਇਸ ਕਰਕੇ ਭਾਈ ਸਾਹਿਬ ਨੇ ਕਾਫੀ ਕਰਜ਼ਾ ਵੀ ਚੁੱਕ ਲਿਆ। ਉਧਰ ਰਿਆਸਤੀ ਜਿਹੜੇ ਇਮਦਾਦ ਸੀ ਉਹਨਾਂ ਨੂੰ ਉਹਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਕੋਈ ਭਰੋਸਾ ਨਾ ਰਿਹਾ ਕਿ ਕਈ ਵਾਰ ਭਾਈ ਸਾਹਿਬ ਜੀ ਦੇ ਮਨ ਵਿੱਚ ਆਉਂਦਾ ਕਿ ਲੰਗਰ ਵੀ ਮਸਤਾਨੇ ਹੁੰਦੇ ਜਾਪਦੇ ਹਨ। ਉਸ ਵੇਲੇ ਤਾਂ ਭਾਈ ਸਾਹਿਬ ਵੱਲੋਂ ਕੀਤੀ ਅਰਦਾਸ ਹੀ ਸਹਾਇਤਾ ਕਰਦੀ। ਕਈ ਵਾਰ ਤਾਂ ਇੱਥੋਂ ਤੱਕ ਹੋਇਆ ਕਿ 4:30 ਵਜੇ ਸ਼ਾਮ ਤੱਕ ਕੁਝ ਨਹੀਂ ਸੀ। ਭਰੋਸਾ ਦੇਖੋ एडा बड़ा खिताब शाम 4:30 बजे तक उन्होंने को लंगर का कोई इंतजाम नहीं सी पर 5:30 बजे सब कुछ है। इन्हां तकलीफों का जिक्र करदे भाई साहब जी ने अपनी कलम नाल कुछ बोल लिखे हैं वो मैं आप जी नाल साझा करदा हाँ। भाई साहब ने यूं लिखा है कि माया की तुड़ आश्रम के चलाउण विच एक बड़ी भारी औकड़ होया करदी सी। सो खाली माया की प्राप्ति बिना आश्रम चलाउण वालों मानू असमर्थता के पिंजरे विच कैद किए हुए शेर हैं। काम ओह छेती सिरे चढ़ सकता है जिसकी आम पब्लिक कदरदान होवे ते कदरदान भी अमली तौर पर सिर्फ मूँह नाल ही कदर करन वाले ना होण। माया की घाट मेरे अगों इस दे दुख दा जितनी वधीक थोड़ उतना वधीक जोश ते रोस। करजे का दुख ते इमारत के सिरे चढ़न का संसा मेरे जिगर नूं चीरदा सी। इस तकलीफ ने कई रातां नींद लंघाइयां, कई घंटे हंझुआं दियां झड़ियां भी लाइयां, कई कई दिन चित्त नूं उचाट पुन्ने ने टाया, कई कई घड़ियां अरदासे सदाए बेनतियां कीतियां पर ये सारियां बातां अक्सर मैं अपने साथियों तो लुकवाइयां ही करता रहा क्योंकि मैनू यह डर सी कि जे मेरे साथियों के दिल ये बात समा गई कि मैं मेरा दिल बेहोया है तो किते उन्हां दे हौसले नीवे ना हो जान अते आश्रम नूं किसी तरह का नुकसान ना पहुंचे। जब भाई साहब नूं पक्का फंड कायम करन दी सलाह दी गई तो आप जी उन्होंने बोल देखना कि उन्होंने कितना दृढ़ निश्चा सी। उन्होंने सलाह दी गई कि पक्का फंड एक और फंड क्रिएट कर लिया जाए तो भाई साहब ने उत्तर दिता गुरु का खजाना सब तो वड्डा है जो भरोसे दियां अखां नाल साफ नजर आता है
ਆਪਣੇ ਕਮਰੇ ਵਿੱਚ ਮੋਟੇ ਅੱਖਰਾਂ ਵਿੱਚ ਲਿਖ ਕੇ ਇਹ ਲਾਇਆ ਹੋਇਆ ਸੀ। ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ। ਆਇਆ ਮੁੜੇ ਨਾ, ਕੰਮ ਥੁੜੇ ਨਾ, ਪੈਸਾ ਜੁੜੇ ਨਾ ਤੇ ਲੰਗਰ ਥੁੜੇ ਨਾ। ਅਜਿਹੇ ਹਾਲਾਤਾਂ ਵਿੱਚ ਵੀ ਆਪ ਨੇ ਉਹਨਾਂ ਸੰਸਥਾਵਾਂ ਦੀ ਸਹਾਇਤਾ ਜਾਰੀ ਰੱਖੀ ਜੋ ਕਦੀ ਆਪ ਜੀ ਨੇ ਆਰੰਭ ਕੀਤੀ ਸੀ। ਬਟਾਲੇ ਦੀ ਧਰਮਸ਼ਾਲਾ ਨੂੰ ਟੁੱਟਦਿਆਂ ਵੇਖ ਕੇ ਉੱਥੇ 15 ਰੁਪਏ ਮਹੀਨਾ ਭੇਜਣਾ ਸ਼ੁਰੂ ਕੀਤਾ ਸੀ। ਅਗਸਤ 1910 ਤੋਂ ਕਸੂਰ ਵਿੱਚ ਭਾਈ ਸੰਤ ਸਿੰਘ ਗ੍ਰੰਥੀ ਜੀ ਦੀ ਆਸ਼ਾ ਅਨੁਸਾਰ ਸਾਰਾ ਖਰਚ ਆਪਣੇ ਸਿਰ ਲੈ ਕੇ ਕੰਨਿਆ ਪਾਠਸ਼ਾਲਾ ਖੋਲ ਦਿੱਤੀ ਸੀ। ਇਹੋ ਗੱਲ ਰੋਪੜ ਵਿੱਚ ਵੀ ਹੋਈ। ਉੱਥੇ ਭਾਈ ਗੁਰਬਖਸ਼ ਸਿੰਘ ਜੀ ਨੇ ਭਾਈ ਗਿਆਨੀ ਦੇਸ ਸਿੰਘ ਜੀ ਦੀ ਯਾਦ ਵਿੱਚ ਇੱਕ ਪਾਠਸ਼ਾਲਾ ਤੋਰੀ ਹੋਈ ਸੀ। ਉਹ ਉੱਥੇ ਨਿਰਾਸ਼ ਹੋ ਗਏ ਤਾਂ ਭਾਈ ਸਾਹਿਬ ਨੇ ਉਹਨਾਂ ਨੂੰ ਇਹ ਸੁਨੇਹਾ ਭੇਜਿਆ, ਆਪ ਖਰਚ ਦਾ ਫਿਕਰ ਨਾ ਕਰੋ। ਸਾਧ ਸੰਗਤ ਜੀ, ਆਪਣੇ ਕੋਲ ਪੈਸੇ ਦੀ ਥੋੜ੍ਹਾ ਹੈ, ਆਪ ਤਕਲੀਫਾਂ ਵਿੱਚ ਗੁਜ਼ਰ ਰਹੇ ਹਨ, ਲੇਕਿਨ ਦੂਸਰਿਆਂ ਨੂੰ ਕਿੰਨੀ ਚੜ੍ਹਦੀ ਕਲਾ ਦਾ ਸੰਦੇਸ਼ ਭੇਜ ਰਹੇ ਹਨ। ਆਪ ਖਰਚ ਦਾ ਫਿਕਰ ਨਾ ਕਰੋ, ਜੋ ਕੁਝ ਪੰਥ ਦਿੰਦਾ ਹੈ ਉਹ ਵਰਤੋ ਤੇ ਬਾਕੀ ਅਸੀਂ ਵਿਦਿਆਲਿਆ ਵਿੱਚੋਂ ਦੇਵਾਂਗੇ। ਭਾਵੇਂ ਜ਼ਿੰਦਗੀ ਲੱਗ ਜਾਵੇ, ਐਡੇ ਵੱਡੇ ਸ਼ੇਰ ਮਰਦ ਦੀ ਯਾਦਗਾਰ ਟੁੱਟਣ ਨਾ ਦੇਵੋ। ਭਾਵ ਇਸ਼ਾਰਾ ਸੀ ਭਾਈ ਗਿਆਨੀ ਦੇਸ ਸਿੰਘ ਜੀ ਦੀ ਜੋ ਯਾਦ ਵਿੱਚ ਪਾਠਸ਼ਾਲਾ ਸ਼ੁਰੂ ਕੀਤੀ ਸੀ। ਜਿਉਂ-ਜਿਉਂ ਆਸ਼ਰਮ ਦੀ ਪ੍ਰਸਿੱਧੀ ਫੈਲਦੀ ਗਈ, ਤਿਉਂ-ਤਿਉਂ ਲੜਕੀਆਂ ਦੀ ਗਿਣਤੀ ਵੀ ਵੱਧਦੀ ਗਈ। ਹਾਲਤ ਇਹ ਹੋ ਗਈ ਕਿ ਬੋਰਡਿੰਗ ਹਾਊਸ ਵਿੱਚ ਜਗ੍ਹਾ ਨਾ ਰਹੀ, ਇਸ ਲਈ ਹੋਰ ਥਾਂ ਦੀ ਲੋੜ ਮਹਿਸੂਸ ਕੀਤੀ ਗਈ। ਵਿਦਿਆਰਥੀਆਂ ਦੇ ਵਾਧੇ ਅਤੇ ਘਟਦੀ ਆਮਦਨ ਨੇ ਭਾਈ ਸਾਹਿਬ ਨੂੰ ਔਕੜਾਂ ਵਿੱਚ ਪਾ ਦਿੱਤਾ ਤੇ ਆਪ ਕਾਫੀ ਚਿੰਤਾਤੁਰ ਹੋ ਗਏ। ਬਹੁਤ ਸੱਜਣਾਂ ਨੇ ਸਲਾਹ ਦਿੱਤੀ ਕਿ ਬਾਹਰ ਵਿਦੇਸ਼ ਵਿੱਚ ਇੱਕ ਚੱਕਰ ਮਾਰ ਆਵੋ। ਲੋੜਾਂ ਨੂੰ ਪੂਰਾ ਕਰਨ ਲਈ ਭਾਈ ਸਾਹਿਬ ਤੇ ਬੀਬੀ ਆਗਿਆ ਕੌਰ 16 ਫਰਵਰੀ 1911 ਨੂੰ ਪਾਪੂਆਂ ਵੱਲ ਨੂੰ ਤੁਰ ਪਏ। ਬਾਹਰ ਜਾਣ ਦੀ ਤਿਆਰੀ ਦਾ ਜ਼ਿਕਰ ਕਰਦੇ ਹੋਏ ਭਾਈ ਤਖਤ ਸਿੰਘ ਜੀ ਲਿਖਦੇ ਹਨ, ਮੈਂ ਆਪ ਜੀ ਨੂੰ ਕੋਟ ਕਰਦਾ, 16 ਫਰਵਰੀ 1911 ਨੂੰ ਮੈਂ ਮਾਸਟਰ ਵੀਰ ਸਿੰਘ ਜੀ ਨਾਲ ਦਫ਼ਤਰ ਵਿੱਚ ਬੈਠਾ ਪ੍ਰਸ਼ਾਦ ਛਕ ਰਿਹਾ ਸੀ। ਉਹ ਸਾਰਾ ਸਟਾਫ ਨਾਲ ਦੇ ਕਮਰੇ ਵਿੱਚ ਬੈਠਾ ਰਿਪੋਰਟ ਦੇ ਕਾਗਜ਼ਾਂ ਦੀ ਪੜਤਾਲ ਕਰ ਰਿਹਾ ਸੀ। ਸਬਬ ਨਾਲ ਪੰਡਤ ਕਰਤਾਰ ਸਿੰਘ ਤੇ 2-3 ਹੋਰ ਸੱਜਣ ਮੇਰੇ ਦਫ਼ਤਰ ਵਿੱਚ ਆਏ। ਉਹਨਾਂ ਹੱਸ ਕੇ ਆਖਿਆ, ਜੀ ਅਸਾਂ ਨੂੰ ਗੱਫਾ ਬਖਸ਼ੋ। ਮੈਂ ਆਖਿਆ, ਆਓ ਵੀਰ ਜੀ, ਨਾਲ ਹੀ ਬੈਠ ਜਾਓ। ਉਹਨਾਂ ਇੱਕ ਇੱਕ ਗਰਾਈ ਹੱਥਾਂ ਵਿੱਚ ਚੁੱਕ ਲਈ ਤੇ ਮੇਰਾ ਮਨ ਇਸ ਤਰ੍ਹਾਂ 5 ਸੱਜਣ ਇਕੱਠੇ ਦੇਖ ਕੇ ਝਟ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਉੱਥੇ ਜੁੜ ਗਿਆ ਅਤੇ ਮੈਂ ਆਪਣੇ ਸੁਭਾਅ ਅਨੁਸਾਰ ਉੱਚੇ ਬੋਲ ਵਿੱਚ ਅਰਦਾਸ ਵਿੱਚ ਲੀਨ ਹੋ ਗਿਆ। ਇਹ ਕਲਗੀਧਰ ਪਿਤਾ ਜੀ, ਇਤਨੇ ਵਿਦਵਾਨ ਅਤੇ ਲਾਇਕ ਸਾਥੀਆਂ ਦੇ ਹੁੰਦਿਆਂ ਹੋਇਆਂ ਵੀ ਇਹ ਆਸ਼ਰਮ ਸਿਰੇ ਨਾ ਚੜਿਆ ਤਾਂ ਬੜੀ ਹੈਰਾਨੀ ਦੀ ਬਾਤ ਹੋਵੇਗੀ। ਪਿਤਾ ਜੀ, ਆਓ ਬੌੜੀ ਕਰੋ, ਕਿਰਪਾ ਕਰੋ। ਹੁਣ ਬਹੁਤ ਦਿਨ ਬੀਤ ਚੁੱਕੇ ਹਨ, ਪ੍ਰੀਖਿਆ ਨਾ ਲਵੋ, ਦੁੱਖਾਂ ਦਾ ਅੰਤ ਕਰੋ, ਭੁੱਲ ਬਖਸ਼ੋ ਤੇ ਆਸ਼ਰਮ ਦੀ ਬਾਹ ਫੜ ਕੇ ਇਸ ਨੂੰ ਸਿਰੇ ਚਾੜੋ। ਆਪ ਦਾ ਬਿਰਧ ਹੈ, ਆਦਿ ਆਦਿ। ਹੱਥ ਵਿੱਚ ਬੁਰਕੀ, ਮੂੰਹ ਵਿੱਚ ਬੇਨਤੀ ਅਤੇ ਅੱਖੀਆਂ ਬੇਅਖਤਿਆਰ ਹੰਝੂਆਂ ਨਾਲ ਪੂਰਨ ਹੋ ਗਈਆਂ। ਮੈਂ ਪਿਤਾ ਜੀ ਦੇ ਚਰਨਾਂ ਵਿੱਚ ਲੀਨ ਹੋ ਗਿਆ। ਥੋੜੇ ਚਿਰ ਪਿੱਛੋਂ ਹੋਸ਼ ਆਈ ਤਾਂ ਦੂਸਰੇ ਕਮਰਿਆਂ ਚੋਂ ਟੇਕ ਸਿੰਘ, ਬਾਬੂ ਜੀ ਤੇਜਾ ਸਿੰਘ ਜੀ ਅਤੇ ਸੰਤ ਤੇਜਾ ਸਿੰਘ ਜੀ ਨੂੰ ਲੰਘਦਿਆਂ ਵੇਖ ਕੇ ਆਖਿਆ, ਪਿਆਰਿਓ, ਆਓ ਅੱਜ ਇਕੱਠੇ ਬੈਠ ਕੇ ਪ੍ਰਸ਼ਾਦਾ ਛਕੀਏ, ਬੜਾ ਆਨੰਦ ਆਉਂਦਾ ਹੈ। ਆਵਾਜ਼ ਸੁਣ ਕੇ ਦੋਵੇਂ ਸੱਜਣ ਆਏ। ਅਜੇ ਇੱਕ ਹੀ ਗਰਾਈ ਛਕੀ ਹੋਵੇਗੀ ਕਿ ਮੈਂ ਉੱਠ ਖੜੋਤਾ। ਆਉਣ ਵਾਲੇ ਵਿਛੋੜੇ ਦੇ ਖਿਆਲ ਨੇ ਮੈਨੂੰ ਦੀਵਾਨਾ ਜਿਹਾ ਬਣਾ ਦਿੱਤਾ ਹੋਇਆ ਸੀ ਅਤੇ ਮੇਰੇ ਮਨ ਵਿੱਚ ਵੈਰਾਗ ਦਾ ਨਿਵਾਸ ਹੋਇਆ ਸੀ। ਪ੍ਰਸ਼ਾਦ ਛਕ ਕੇ ਸਾਰੇ ਸੱਜਣ ਲਾਇਬ੍ਰੇਰੀ ਵਿੱਚ ਚਲੇ ਗਏ। ਇਸ ਵੇਲੇ 8:30 ਵਜੇ ਹੋਣਗੇ। ਮੈਂ ਇੱਕ ਕਾਲਾ ਕੰਬਲ ਮੋਢੇ ਤੇ ਸੁੱਟਿਆ ਤੇ ਹੱਥ ਵਿੱਚ ਇੱਕ ਸੋਟਾ ਲੈ ਕੇ ਆ ਗਿਆ। ਆਪਣੀ ਪਤਨੀ ਆਗਿਆ ਕੌਰ ਜੀ ਨੂੰ ਆਵਾਜ਼ ਮਾਰੀ, ਆਓ ਚੱਲੀਏ। ਉਹਨਾਂ ਮੁੜ ਨੇ ਪੁੱਛਿਆ, ਕਿੱਥੇ? ਜਿਵੇਂ ਦਿਲਾਂ ਦੀ ਦਿਲ ਗਵਾਹੀ ਦਿੰਦਾ ਹੈ। ਉਹ ਝੱਟ ਕੰਬਲ ਲੈ ਕੇ ਆਪਣੇ ਕਮਰਿਓਂ ਬਾਹਰ ਆਏ, ਪਰ ਥੋੜੀ ਦੇਰ ਜੋ ਲੱਗੀ ਤਾਂ ਮੈਂ ਆਖਣ ਲੱਗਾ, ਅੱਛਾ, ਜੇ ਨਹੀਂ ਆਉਣਾ ਤਾਂ ਤੁਹਾਡੀ ਮਰਜ਼ੀ। ਇਹ ਸੁਣ ਕੇ ਉਹ ਝੱਟ ਦੌੜ ਕੇ ਮੇਰੇ ਨਾਲ ਆ ਮਿਲੇ। ਜਿਸ ਵੇਲੇ ਮੈਂ ਖੜਾ ਸੀ, ਸਾਹਮਣੇ ਪ੍ਰੀਤਮ ਕੌਰ
ਆਪਣੇ ਵੀਰ ਪ੍ਰੀਤਮ ਸਿੰਘ ਨਾਲ ਖੇਡਦੀ ਹੋਈ ਮੇਰੇ ਵੱਲ ਆਉਂਦੀ ਹੋਈ ਦਿਸੀ। ਮੈਂ ਉਸ ਪਾਸਿਓਂ ਮੂੰਹ ਮੋੜ ਕੇ ਦੂਜੀ ਵੱਲ ਨੂੰ ਹੋ ਖਲੋਤਾ ਕਿ ਮਤਾ ਮੋਹ ਦਾ ਜਾਲ ਆਪਣੀ ਖੁੰਡੀ ਵਿੱਚ ਫਸਾ ਲੈਂਦਾ ਹੋਵੇ। ਪਰ ਮੈਂ ਸੱਚ ਆਖਦਾ ਹਾਂ ਕਿ ਮੇਰੇ ਦਿਲ ਵਿੱਚ ਪਿਆਰੀ ਪ੍ਰੀਤਮ ਦੇ ਚਿਹਰੇ ਦੀ ਫੋਟੋ ਜ਼ਰੂਰ ਖਿੱਚੀ ਗਈ। ਮੇਰੇ ਚੁੱਪਚਾਪ ਨਿਕਲ ਜਾਣ ਤੇ ਕਈ ਭਾਵ ਸਨ। ਇੱਕ, ਮੇਰੇ ਸਾਥੀ ਪਤਾ ਲੱਗਣ ਤੇ ਮੈਨੂੰ ਵਾਪਸ ਨਾ ਮੋੜ ਲੈਣ। ਦੂਸਰਾ, ਆਸ਼ਰਮ ਦੀ ਇਮਾਰਤ ਨੂੰ ਅਧੂਰੀ ਦਸ਼ਾ ਵਿੱਚ ਦੇਖਣੋਂ ਅੱਕ ਗਿਆ ਸਾਂ। ਜੇ ਕੌਮ ਨੇ ਇਹ ਆਸ਼ਰਮ ਸਿਰੇ ਚਾੜਨਾ ਮਨਜ਼ੂਰ ਹੈ ਤਾਂ ਸਿਰੇ ਚੜ ਜਾਵੇ, ਨਹੀਂ ਤਾਂ ਮੇਰੀ ਗੈਰ ਹਾਜ਼ਰੀ ਵਿੱਚ ਕੌਮ ਇਸ ਨੂੰ ਢਾਹ ਸੁੱਟੇ। ਮੈਨੂੰ ਆਪ ਵਧੇਰੇ ਪਤਾ ਲੱਗ ਜਾਵੇ ਕਿ ਸਿੱਖ ਕੌਮ ਵਿੱਚ ਉਸ ਦੀ ਸੰਭਾਲ ਕਰਨ ਵਾਲਿਆਂ ਦੀ ਕਦਰ ਹੈ ਕਿ ਨਹੀਂ। ਕਈ ਲੋਕ ਆਖਿਆ ਕਰਦੇ ਹਨ ਕਿ ਫਿਰੋਜ਼ਪੁਰ ਦਾ ਆਸ਼ਰਮ ਭਾਈ ਤਖਤ ਸਿੰਘ ਜੀ ਦੀ ਜਾਨ ਨਾਲ ਹੀ ਹੈ, ਪਿੱਛੋਂ ਨਹੀਂ ਚੱਲਣਾ, ਕਿਉਂਕਿ ਪ੍ਰਬੰਧ ਠੀਕ ਨਹੀਂ ਰਹਿਣਾ। ਸੋ ਮੈਂ ਇਹ ਭਾਵ ਅੱਖੀ ਵੇਖ ਲਿਆ ਕਿ ਉਹ ਲੋਕੀ ਸੱਚੇ ਹਨ ਕਿ ਮੇਰਾ ਭਰੋਸਾ ਜੋ ਕਲਗੀਧਰ ਪਿਤਾ ਜੀ ਵੀ ਇਸ ਨੂੰ ਇਸੇ ਤਰ੍ਹਾਂ ਚਲਾਵੇਗਾ। ਸੋ 16 ਫਰਵਰੀ 1911 ਨੂੰ ਰਾਤ ਨੂੰ ਫਿਰੋਜ਼ਪੁਰ ਤੋਂ ਗੱਡੀ ਚੜ੍ਹ ਕੇ ਦੋਵੇਂ ਪਤੀ ਪਤਨੀ ਅਗਲੇ ਦਿਨ ਸਵੇਰੇ ਦਿੱਲੀ ਪੁੱਜ ਗਏ। ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਪਣੇ ਮਿਸ਼ਨ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਦਾ ਜ਼ਿਕਰ ਉਹਨਾਂ ਨੇ ਇਸੇ ਦਿਨ ਮਾਸਟਰ ਵੀਰ ਸਿੰਘ ਜੀ ਦੇ ਨਾਮ ਲਿਖੀ ਚਿੱਠੀ ਵਿੱਚ ਇੰਜ ਕੀਤਾ ਹੈ ਤੇ ਮੈਂ ਆਪ ਜੀ ਨੂੰ ਸੁਣਾਉਣਾ। ਆਪ ਸਾਰੇ ਮੇਰੇ ਪਿਆਰਿਆਂ ਨੂੰ ਰਾਤ ਬੜਾ ਕਲੇਸ਼ ਹੋਇਆ ਹੋਵੇਗਾ। ਮੈਂ ਵਿਦਿਆਲੇ ਤੋਂ ਜਾਂ ਸੇਵਕਾਂ ਤੋਂ ਵਿਛੜਨਾ ਨਹੀਂ ਚਾਹੁੰਦਾ ਸੀ, ਪਰ ਵਿਦਿਆਲੇ ਦੀ ਸੇਵਾ ਨੇ ਮੈਨੂੰ ਇੱਕਦਮ ਤੋਰਿਆ ਤੇ ਆਪ ਸਾਰੇ ਵੀਰ ਭੈਣਾਂ ਤੋਂ ਮੈਨੂੰ ਆਗਿਆ ਵੀ ਲੈਣ ਨਾ ਦਿੱਤੀ। ਮੈਂ ਦਰ ਮੰਗਾਂਗਾ। ਇਸ ਸਮੇਂ 1.25 ਰੁਪਏ ਦਾ ਪ੍ਰਸ਼ਾਦ ਕਰਾ ਕੇ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਿਤਾ ਦੇ ਚਰਨਾਂ ਵਿੱਚ ਸੰਗਤ ਵਿੱਚ ਅਰਦਾਸ ਕਰ ਦਿੱਤੀ ਹੈ ਕਿ ਜੇ ਤਾਂ ਮੈਨੂੰ ਪੰਥ ਪਿਆਰਿਆਂ ਨੇ 50,000 ਰੁਪਏ ਦੇ ਦਿੱਤੇ ਤੇ ਮੇਰੀ ਝੋਲੀ ਭਰ ਦਿੱਤੀ ਤਾਂ ਮੈਂ ਆਸ਼ਰਮ ਵਿੱਚ ਆ ਜਾਵਾਂਗਾ, ਨਹੀਂ ਤਾਂ ਮੈਂ ਆਸ਼ਰਮ ਨਹੀਂ ਆਵਾਂਗਾ, ਮੰਗਾਂਗਾ ਔਰ ਮੰਗਾਂਗਾ। ਇਸ ਚਿੱਠੀ ਤੋਂ ਭਾਈ ਸਾਹਿਬ ਦੇ ਵਾਹਿਗੁਰੂ ਦੇ ਉੱਤੇ ਅਟਲ ਵਿਸ਼ਵਾਸ ਦੀ ਝਲਕ ਵੀ ਪੈਂਦੀ ਹੈ। ਆਪਣੇ ਵਿਦਿਆਲੇ ਨੂੰ ਤਕੜੇ ਹੋ ਕੇ ਚਲਾਣਾ, ਮੇਰੇ ਅਸੂਲਾਂ ਪਰ ਚੱਲਣਾ ਗੁਰੂ ਤੁਹਾਡੀ ਸਹਾਈ ਹੈ। ਉਸ ਨੂੰ ਚੇਤੇ ਰੱਖਣਾ ਭੁੱਲਣਾ ਨਹੀਂ। ਇਹ ਤਾਂ ਅੰਗ ਸੰਗ ਸਹਾਈ ਹੁੰਦਾ ਰਹੇਗਾ। ਉਹ ਗੁਪਤ ਤੌਰ ਤੇ ਆਪਣੀ ਸਹਾਇਤਾ ਕਰੇਗਾ ਔਰ ਸੱਚਮੁੱਚ ਉਹ ਕਰਦਾ ਹੈ। ਇਹ ਉਸੇ ਦਾ ਹੀ ਪ੍ਰਤਾਪ ਹੈ। ਇੰਤਜ਼ਾਮ ਚੰਗਾ, ਬੀਬੀਆਂ ਦੀ ਸੰਭਾਲ ਸਿਰੋਂ ਪਰੇ ਕਰਨੀ। ਆਪ ਦਾ ਵਿਛੜਿਆ ਹੋਇਆ ਮਜਬੂਰ ਤਖਤ ਸਿੰਘ, ਗੁਰਦੁਆਰਾ ਸੀਸਗੰਜ, ਚਾਂਦਨੀ ਚੌਂਕ, ਦਿੱਲੀ। ਇੱਥੋਂ 17 ਫਰਵਰੀ ਨੂੰ ਵਿਦਿਆਲੇ ਨੂੰ ਤਾਰ ਟੈਲੀਗ੍ਰਾਮ ਵੀ ਭੇਜ ਦਿੱਤੀ ਸੀ। ਭਾਈ ਤਖਤ ਸਿੰਘ ਜੀ ਆਪਣੇ ਪ੍ਰਣ ਨੂੰ ਪੂਰਾ ਕਰਨ ਲਈ ਲਗਭਗ 13 ਮਹੀਨੇ ਵਿਦੇਸ਼ਾਂ ਵਿੱਚ ਵਿਚਰੇ। ਆਪ ਮਲੇਸ਼ੀਆ, ਕੁਆਲਾਲੰਪੁਰ, ਪਿਨਾਂਗ, ਮਲਾਇਆ, ਕੰਦਰ, ਤੀਪਿੰਗ, ਹਾਂਗਕਾਂਗ, ਜਾਪਾਨ, ਯੋਕੋਹਾਮਾ, ਟੋਕੀਓ, ਚੀਨ, ਟਿੰਸਨ, ਕਿੰਟਾ, ਪੈਰਾਕ, ਥਾਈਲੈਂਡ, ਬੈਂਕਾਕ, ਸਿੰਗਾਪੁਰ ਆਦਿ ਵਿਖੇ ਗਏ। ਧਨ ਪ੍ਰਾਪਤ ਕਰਨ ਦੇ ਨਾਲ-ਨਾਲ ਧਰਮ ਪ੍ਰਚਾਰ ਉੱਤੇ ਵੀ ਭਾਈ ਤਖਤ ਸਿੰਘ ਜੀ ਨੇ ਧਿਆਨ ਦਿੱਤਾ। ਆਪਣੀ ਚਿੱਠੀਆਂ ਵਿੱਚ ਯਾਤਰਾ ਦੌਰਾਨ ਆਏ ਨਗਰਾਂ, ਬੰਦਰਗਾਹਾਂ, ਨਵੀਆਂ ਚੀਜ਼ਾਂ, ਲੋਕਾਂ, ਬਿਲਡਿੰਗਾਂ, ਸਕੂਲਾਂ ਦਾ ਵਰਣਨ ਕੀਤਾ। ਵਿਦਿਆਲੇ ਦੇ ਪ੍ਰਬੰਧ ਬਾਰੇ ਹਦਾਇਤਾਂ, ਬਿਲਡਿੰਗ ਦੀ ਪਲਾਨ, ਅਤਿਥੀਆਂ ਦੀ ਖਾਤਰ ਸੇਵਾ, ਬੱਚਿਆਂ ਨੂੰ ਪਿਆਰ, ਸ਼ਕਤੀਆਂ ਦੇ ਸਹੀ ਪ੍ਰਯੋਗ, ਪ੍ਰਬੰਧ ਵਿੱਚ ਤਕਨੀਕੀ ਸੂਝ, ਪੈਸੇ ਦਾ ਸਹੀ ਪ੍ਰਬੰਧ, ਵਾਧੂ ਖਰਚ ਤੋਂ ਤਾੜਨਾ, ਸਟਾਫ ਦੇ ਵਤੀਰੇ ਬਾਰੇ ਚਿੰਤਾ ਤੇ ਨਜਿੱਠਣ ਦੇ ਤਰੀਕਿਆਂ ਆਦਿ ਭਰਪੂਰ ਚਰਚਾ ਕੀਤੀ। ਚੰਗੇ ਨਤੀਜਿਆਂ ਦੀ ਵਧਾਈ, ਸਹਿਯੋਗੀਆਂ ਦੀ ਸੁੱਖ ਸਾਂਦ ਦਾ ਪਤਾ ਕੀਤਾ ਤੇ ਉਹਨਾਂ ਨੂੰ ਵੱਖਰੇ ਪੱਤਰ ਵੀ ਲਿਖੇ। ਮੈਗਜ਼ੀਨ ਪੰਜਾਬੀ ਭੈਣ ਦੇ ਪ੍ਰਕਾਸ਼ਨ ਬਾਰੇ ਪੁੱਛਿਆ ਅਤੇ ਇਸ ਦੇ ਮਿਆਰ ਨੂੰ ਉੱਚਾ ਰੱਖਣ ਦੀ ਹਦਾਇਤ ਵੀ ਕੀਤੀ। ਜਾਪਾਨ ਦੇਸ਼ ਨੇ ਤਾਂ ਆਪ ਦੇ ਮਨ ਨੂੰ ਮੋਹ ਹੀ ਲਿਆ। ਇਸ ਦੇਸ਼ ਦਾ ਚਿੱਠੀਆਂ ਵਿੱਚ ਖੂਬ ਵਰਣਨ ਕੀਤਾ। ਉੱਥੇ ਦੀਆਂ ਔਰਤਾਂ ਦੇ ਦੇਸ਼ ਉਸਾਰੀ ਵਿੱਚ ਮਹੱਤਵਪੂਰਨ ਰੋਲ, ਲੜਕੀਆਂ ਦੀ ਵਿਦਿਆ, ਕਾਰਖਾਨੇ, ਵਪਾਰ, ਨੇਤਰਹੀਨ ਤੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਅਤੇ ਔਰਤਾਂ ਦੀ ਕਢਾਈ ਸਿਲਾਈ ਦੇ ਵਿਦਿਆਲਿਆਂ ਦੀ ਜਾਣਕਾਰੀ ਦਿੱਤੀ। ਮਕਸਦ ਤਾਂ ਇਹ ਸੀ ਕਿ ਭਾਰਤ ਦੇ ਲੋਕ ਵੀ ਉਸੇ ਤਰ੍ਹਾਂ ਤਰੱਕੀ ਕਰਨ ਅਤੇ ਸਿੱਖ ਵਿਦਿਆਲਿਆਂ ਦੀ ਪੜ੍ਹਾਈ ਦਾ ਮਿਆਰ
ਅਤੇ ਪ੍ਰਬੰਧ ਉੱਤਮ ਦਰਜੇ ਦਾ ਹੋਵੇ। ਵਿਦੇਸ਼ਾਂ ਤੋਂ ਲਿਖੇ ਪੱਤਰਾਂ ਨੇ ਫਿਰੋਜ਼ਪੁਰ ਦੇ ਸੰਗੀ ਸਾਥੀਆਂ ਨੂੰ ਆਪ ਦੀ ਘਾਟ ਨਾ ਮਹਿਸੂਸ ਹੋਣ ਦਿੱਤੀ। ਹਰ ਛੋਟੀ ਮੋਟੀ ਸਮੱਸਿਆ ਦਾ ਹੱਲ ਲਿਖਦੇ ਰਹੇ, ਹਦਾਇਤਾਂ ਦਿੰਦੇ ਰਹੇ ਅਤੇ ਹੱਲਾਸ਼ੇਰੀ ਦਿੰਦੇ ਰਹੇ। ਇਸ ਲਈ ਪਰਮਾਤਮਾ ਤੇ ਪੂਰਨ ਵਿਸ਼ਵਾਸ ਰੱਖਣ ਲਈ ਆਖਦੇ ਰਹੇ। ਆਪ ਨੇ ਰਿਸ਼ਤੇਦਾਰਾਂ ਬਾਰੇ ਵੀ ਆਪਣੀ ਰਾਏ ਪ੍ਰਗਟ ਕੀਤੀ ਤੇ ਲਿਖਿਆ, ਰਿਸ਼ਤੇਦਾਰ ਉਹੀ ਜੋ ਕੌਮ ਦੀ ਅਤੇ ਆਸ਼ਰਮ ਦੀ ਸੇਵਾ ਕਰੇ। ਦੇਖੋ ਕਿੰਨੀ ਵੱਡੀ ਗੱਲ ਹੈ ਭਾਈ ਤਖਤ ਸਿੰਘ ਜੀ ਦਾ ਵਿਸ਼ਵਾਸ ਕਿ ਰਿਸ਼ਤੇਦਾਰ ਕੌਮ ਨੂੰ ਤਾਂ ਕਈ ਹਨ, ਲੇਕਿਨ ਅਸਲੀ ਮੈਂ ਉਹਨਾਂ ਨੂੰ ਰਿਸ਼ਤੇਦਾਰ ਸਮਝਦਾ, ਭੈਣ ਭਰਾ ਸਮਝਦਾ, ਜਿਹੜੇ ਕੌਮ ਦੀ ਅਤੇ ਆਸ਼ਰਮ ਦੀ ਸੇਵਾ ਕਰਨ। ਇੱਜ਼ਤ ਕੌਮ ਦੀ ਸੇਵਾ ਤੇ ਕੁਰਬਾਨੀ ਨਾਲ ਹੀ ਮਿਲਦੀ ਹੈ। ਝੂਠੀ ਵਡਿਆਈ ਬਾਰੇ ਦੁੱਖ ਪ੍ਰਗਟ ਕੀਤਾ। ਸਿੰਗਾਪੁਰ ਤੋਂ ਤਾਂ ਆਪ ਨੇ 12 ਪੰਨਿਆਂ ਦਾ ਪੱਤਰ ਲਿਖਿਆ, ਅਵਿਦਿਆ ਨੂੰ ਕੱਟਣ ਦਾ ਦਾਈਆ ਪ੍ਰਗਟ ਕੀਤਾ ਅਤੇ ਵਿਗੜੇ ਹਾਲਾਤ ਕਾਰਨ ਜਲਦੀ ਮੁੜਨ ਬਾਰੇ ਲਿਖਿਆ। ਪੱਤਰਾਂ ਵਿੱਚ ਆਪ ਨੇ ਪ੍ਰਚਾਰ ਬਾਰੇ ਵੀ ਸੇਧਾਂ ਦਿੱਤੀਆਂ, ਆਸ਼ਰਮ ਦੇ ਪ੍ਰਚਾਰਕਾਂ ਬਾਰੇ ਪੁੱਛ ਪੜਤਾਲ ਕੀਤੀ, ਇੱਥੋਂ ਤੱਕ ਕਿ ਮੁਕਤਸਰ ਵਿੱਚ ਮਾਘੀ ਦੇ ਜੋੜ ਮੇਲੇ ਤੇ ਪ੍ਰਚਾਰ ਬਾਰੇ ਵੀ ਹਿਦਾਇਤਾਂ ਦਿੱਤੀਆਂ। ਆਪ ਦੇ ਪੱਤਰਾਂ ਤੋਂ ਇਹ ਪਤਾ ਚੱਲਦਾ ਹੈ ਕਿ ਆਪ ਨੂੰ ਸਿੱਖ ਕੌਮ, ਇਸ ਦੇ ਪ੍ਰਚਾਰ ਅਤੇ ਆਸ਼ਰਮ ਵਿਦਿਆਲੇ ਦੀ ਹਰ ਪਲ ਚਿੰਤਾ ਰਹਿੰਦੀ ਸੀ ਅਤੇ ਇਸ ਪੱਖੋਂ ਉਹ ਕੁਝ ਪਲਾਂ ਲਈ ਵੀ ਅਵੇਸਲੇ ਨਹੀਂ ਹੁੰਦੇ ਸਨ। ਆਪ ਆਪਣਾ ਪ੍ਰਣ ਪੂਰਾ ਕਰਕੇ 13 ਮਹੀਨਿਆਂ ਮਗਰੋਂ ਮਾਰਚ ਅਪ੍ਰੈਲ 1912 ਵਿੱਚ ਵਾਪਸ ਆਏ। ਪ੍ਰਾਪਤ ਹੋਈ ਮਾਇਆ ਨਾਲ ਜਿੱਤੇ ਵਿਦਿਆਲੇ ਆਸ਼ਰਮ ਦੀ ਇਮਾਰਤ ਨੂੰ ਨਵਾਂ ਰੂਪ ਮਿਲਿਆ, ਪੜ੍ਹਾਈ ਦਾ ਮਿਆਰ ਵੀ ਉੱਚਾ ਹੋਇਆ ਅਤੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ। ਸਭ ਤੋਂ ਵੱਡੀ ਗੱਲ ਤਾਂ ਆਸ਼ਰਮ ਦੇ ਹਮਦਰਦਾਂ, ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਦਾ ਹੁਲਾਰਾ ਆਇਆ। ਇਹ ਸਾਰਾ ਕੁਝ ਭਾਈ ਤਖਤ ਸਿੰਘ ਜੀ ਦੇ ਲਗਾਤਾਰ ਸੰਘਰਸ਼, ਮਿਹਨਤ, ਝੱਲੀਆਂ ਦੁੱਖ ਤਕਲੀਫਾਂ ਅਤੇ ਪ੍ਰਬੰਧਕੀ ਯੋਗਤਾ ਕਾਰਨ ਹੀ ਸੰਭਵ ਹੋ ਸਕਿਆ। ਇਸ ਲਈ ਆਮ ਲੋਕਾਂ ਵਿੱਚ ਭਾਈ ਸਾਹਿਬ ਦਾ ਸਤਿਕਾਰ ਤੇ ਮਾਣ ਸਨਮਾਨ ਹੋਰ ਵਧਿਆ। ਇਹ ਵੱਖਰੀ ਗੱਲ ਹੈ ਕਿ ਵਿਰੋਧੀ ਸਗੋਂ ਹੋਰ ਈਰਖਾ ਕਰਨ ਲੱਗੇ ਅਤੇ ਉਹਨਾਂ ਨੇ ਆਪਣੀਆਂ ਕੁਚਾਲਾਂ ਜਾਰੀ ਰੱਖੀਆਂ। ਸੰਨ 1914 ਵਿੱਚ ਬੋਰਡਿੰਗ ਹਾਊਸ ਵਿੱਚ 250 ਲੜਕੀਆਂ ਰਹਿ ਰਹੀਆਂ ਸਨ। ਭਾਵੇਂ ਕਿ ਬੋਰਡਿੰਗ ਦੀ ਬਿਲਡਿੰਗ ਦਾ ਟੀਚਾ 500 ਵਿਦਿਆਰਥੀਆਂ ਦਾ ਮਿਥਿਆ ਗਿਆ ਸੀ। ਇਹ ਟੀਚਾ ਭਾਈ ਸਾਹਿਬ ਦੀ ਹਿੰਮਤ ਨਾਲ ਹੀ ਪੂਰਾ ਹੋ ਸਕਿਆ। ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਸਰਦਾਰ ਸਰਦੂਲ ਸਿੰਘ ਕਵੀਸ਼ਰ ਜੀ ਨੇ ਵਿਦਿਆਲੇ ਦਾ ਦੌਰਾ ਕੀਤਾ। ਆਪ ਭਾਈ ਸਾਹਿਬ ਅਤੇ ਵਿਦਿਆਲੇ ਦੇ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਆਪ ਜੀ ਨੇ ਜੋ ਲਿਖਿਆ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ। ਮੈਂ ਭਾਈ ਸਾਹਿਬ ਭਾਈ ਤਖਤ ਸਿੰਘ ਸਿੱਖ ਕੰਨਿਆ ਮਹਾਵਿਦਿਆਲਿਆ ਦੀ ਬੜੀ ਸ਼ੋਭਾ ਸੁਣੀ ਸੀ ਅਤੇ ਮੇਰਾ ਦਿਲ ਕਰਦਾ ਸੀ ਕਿ ਕਲੀਆਂ ਤੇ ਮੌਸਰੀਆਂ ਦੀ ਇਸ ਪੁਸ਼ਪ ਭਵਨ ਦੀ ਯਾਤਰਾ ਕਰਾਂ ਅਤੇ ਉਸ ਮਹਾਪੁਰਸ਼ ਦੇ ਦਰਸ਼ਨ ਕਰਾਂ ਜਿਸ ਨੇ ਜਿਉਂਦੇ ਜੀ ਸਿੱਖ ਕੌਮ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਦੇ ਦਿੱਤਾ ਹੈ। ਉਹਨਾਂ ਦੇ ਮਹਾਨ ਵਿਦਿਅਕ ਉਪਕਾਰਾਂ ਦੀ ਮਹਿਕ ਕੇਵਲ ਪੰਜਾਬ ਹੀ ਨਹੀਂ, ਭਾਰਤ ਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਵੀ ਫੈਲ ਚੁੱਕੀ ਸੀ। ਆਪ ਅੱਗੇ ਲਿਖਦੇ ਹਨ, ਉਹਨਾਂ ਦੇ ਦਫ਼ਤਰ ਜਾ ਕੇ ਭਾਈ ਸਾਹਿਬ ਦੀ ਸ਼ਖਸੀਅਤ ਨੂੰ ਨੇੜਿਓਂ ਵੇਖਣ ਦਾ ਸਮਾਂ ਮਿਲਿਆ। ਦਰਮਿਆਨੇ ਕੱਦ ਦਾ ਸਧਾਰਨ ਜਾਪਦਾ ਇਹ ਮਨੁੱਖ ਆਪਣੀਆਂ ਨਿੱਕੀਆਂ ਡੂੰਘੀਆਂ ਅੱਖਾਂ ਨਾਲ ਮੈਨੂੰ ਸੰਪਰਤਕ ਨੈਪੋਲੀਅਨ ਦਾ ਰੂਪ ਜਾਪਿਆ। ਨੈਪੋਲੀਅਨ ਵੀ ਕਿਸੇ ਕੰਮ ਨੂੰ ਅਸੰਭਵ ਨਹੀਂ ਸੀ ਸਮਝਦਾ। ਭਾਈ ਸਾਹਿਬ ਨੇ ਉਦੋਂ ਦੀ ਰੂੜੀਵਾਦੀ ਸੁਸਾਇਟੀ ਵਿੱਚ ਇਸਤਰੀ ਸਿੱਖਿਆ ਦੇ ਸੁਪਨੇ ਨੂੰ ਸਾਕਾਰ ਕਰ ਵਿਖਾਇਆ। ਗੁਰੂ ਦੀ ਟੇਕ ਨੇ ਉਹਨਾਂ ਨੂੰ ਸਦਾ ਆਸਰਾ ਦਿੱਤਾ। ਚੰਗੇ ਸਹਿਯੋਗੀ, ਚੰਗੀ ਪਤਨੀ, ਚੰਗੇ ਪੁੱਤਰ ਧੀਆਂ ਬਖਸ਼ੇ। ਉਹ ਕੁਝ ਵੀ ਪਾਸ ਨਹੀਂ ਸਨ ਰੱਖਦੇ, ਵੰਡ ਛਕਦੇ ਸਨ। ਮਨੁੱਖ ਦਾ ਵਿਸ਼ਵਾਸ ਅਟਲ ਹੋਵੇ ਤਾਂ ਕਾਮਯਾਬੀਆਂ ਉਸਦੇ ਪੈਰ ਚੁੰਮਦੀਆਂ ਹਨ। ਆਪਣੀ ਯਾਤਰਾ ਦੇ ਦੌਰਾਨ ਸਰਦਾਰ ਸਰਦੂਲ ਸਿੰਘ ਕਵੀਸ਼ਰ ਜੀ ਨੇ ਭਾਈ ਤਖਤ ਸਿੰਘ ਜੀ ਨਾਲ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵੀ ਸਾਂਝੇ ਕੀਤੇ, ਜੋ ਡਾਕਟਰ ਦਲਵਿੰਦਰ ਸਿੰਘ ਜੀ ਦੀ ਪੁਸਤਕ ਦੇ ਪੰਨਾ 79 ਤੋਂ 81 ਤੇ ਅੰਕਿਤ ਹਨ। ਉਹਨਾਂ ਚੋਂ ਕੁਝ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੇ ਕਰਦਾ। ਪਹਿਲਾ, ਪੜ੍ਹੀ ਲਿਖੀ ਲੜਕੀ ਹੀ ਸਹੀ ਢੰਗ ਨਾਲ ਘਰ ਸੰਭਾਲ ਸਕਦੀ ਹੈ। ਇਹ ਵਿਚਾਰ ਸਾਧ ਸੰਗਤ ਜੀ ਅੱਜ ਵੀ ਰੈਲੇਵੈਂਟ ਹਨ, ਜੋ ਉਸ ਵੇਲੇ ਉਹਨਾਂ ਦੇ ਬਾਰੇ ਕਹੇ ਗਏ ਹਨ ਵਿਦਿਆਲੇ ਬਾਰੇ, ਕਿ ਬੱਚੇ ਤਾਂ ਪਤੀ ਨੂੰ ਤਰਬੀਅਤ ਦੇ ਸਕਦੇ ਹੈ, ਬੱਚੇ ਤੇ ਪਤੀ ਨੂੰ ਤਰਬੀਅਤ ਦੇ ਸਕਦੀ ਹੈ,
मैं चाਹੁंदा हाँ कि पढ़ी लिखी लड़की ਨੂੰ ਵੱਧ ਤੋਂ ਵੱਧ ਸਾਦਾ ਹੋਣਾ ਚਾਹੀਦਾ ਹੈ। ਵਿਦਿਆਲਿਆ ਦੇ ਪ੍ਰਬੰਧ ਬਾਰੇ ਕਮੇਟੀ ਨਾ ਬਣਾਉਣ ਬਾਰੇ ਉਹਨਾਂ ਕਿਹਾ ਕਿ ਜੇ ਕੋਈ ਕਮੇਟੀ ਬਣਾਈ ਜਾਵੇ ਤਾਂ ਪੈਸਾ ਹੋਰ ਮਿਲ ਸਕਦਾ ਹੈ, ਪਰ ਉਸ ਸੂਰਤ ਵਿੱਚ ਆਮ ਲੋਕਾਂ ਦਾ ਸਹਿਯੋਗ ਘਟ ਜਾਵੇ। ਇੱਥੇ ਦੀ ਸਿੰਘ ਸਭਾ ਦੀ ਅਸਾਂ ਕਮੇਟੀ ਬਣਾਈ ਸੀ, ਬੜਾ ਕੌੜਾ ਤਜਰਬਾ ਹੋਇਆ ਸੀ। ਕਮੇਟੀਆਂ ਨੇ ਤਾਂ ਆਪ ਕੰਮ ਕਰਦੀਆਂ ਹਨ, ਕਮੇਟੀਆਂ ਨਾ ਤਾਂ ਆਪ ਕੰਮ ਕਰਦੀਆਂ ਹਨ ਤੇ ਨਾ ਦੂਜਿਆਂ ਨੂੰ ਕੰਮ ਕਰਨ ਦਿੰਦੀਆਂ ਹਨ। ਸੱਚਾ ਸੇਵਕ ਹੀ ਵੱਡਾ ਕੰਮ ਕਰ ਸਕਦਾ ਹੈ। ਸਾਡੀਆਂ ਸਿੱਖਾਂ ਦੀਆਂ ਬੱਚੀਆਂ ਕਿਸੇ ਵੀ ਕੌਮ ਤੋਂ ਪਿੱਛੇ ਨਹੀਂ ਹਨ। ਪਿੰਡਾਂ ਵਿੱਚ ਆਉਣ ਵਾਲੀਆਂ ਕੁਝ ਘੱਟ ਚੇਤਨ ਹੁੰਦੀਆਂ ਹਨ ਤੇ ਕੁਝ ਸ਼ਰਮਾਕਲ ਵੀ, ਪਰ ਜਦ ਉਹਨਾਂ ਦਾ ਝਾਕਾ ਲੱਥ ਜਾਵੇ ਤਾਂ ਉਹ ਸ਼ਹਿਰ ਦੀਆਂ ਕੁੜੀਆਂ ਤੋਂ ਵੀ ਅੱਗੇ ਲੰਘ ਜਾਂਦੀਆਂ ਹਨ। ਲੜਕਿਆਂ ਦੇ ਮੁਕਾਬਲੇ ਵੀ ਸਾਡੀਆਂ ਬੱਚੀਆਂ ਕਿਸੇ ਪੱਖੋਂ ਘੱਟ ਨਹੀਂ ਹਨ, ਪਰ ਸਾਡੇ ਸਮਾਜਿਕ ਬੰਧਨ ਉਹਨਾਂ ਦੀ ਰਾਹ ਵਿੱਚ ਰੁਕਾਵਟ ਬਣ ਜਾਂਦੇ ਹਨ। ਭਾਈ ਸਾਹਿਬ ਇਸਤਰੀ ਸੁਤੰਤਰਤਾ ਦੇ ਹਾਮੀ ਸਨ, ਪਰ ਯੂਰੋਪੀਅਨ ਕੁੜੀਆਂ ਵਰਗੀ ਨਹੀਂ। ਉਹਨਾਂ ਕਿਹਾ ਕਿ ਲੜਕੀਆਂ ਸਰੀਰਕ ਪੱਖੋਂ ਕੁਦਰਤੀ ਤੌਰ ਤੇ ਕਮਜ਼ੋਰ ਹੁੰਦੀਆਂ ਹਨ, ਪਰ ਜੇ ਇਹ ਖੇਡਾਂ ਵਿੱਚ ਹਿੱਸਾ ਲੈਣ ਤਾਂ ਸਰੀਰਕ ਤੌਰ ਤੇ ਵਿਕਾਸ ਕਰ ਸਕਦੀਆਂ ਹਨ। ਅਨਪੜ੍ਹਾਂ ਤੇ ਵੱਧ ਪੜ੍ਹੀਆਂ ਨਾਲੋਂ ਪਿੱਛੇ ਰਹਿ ਜਾਂਦੀਆਂ ਹਨ। ਅਧੂਰਾ ਮਾਨਸਿਕ ਵਿਕਾਸ ਵੀ ਚੰਗਾ ਨਹੀਂ ਹੁੰਦਾ। ਪੰਜਾਬ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ MF ਐਡਵਾਇਰ 18 ਫਰਵਰੀ 1915 ਨੂੰ ਇਸ ਆਸ਼ਰਮ ਵਿੱਚ ਆਏ ਤੇ ਆਪਣੀ ਰਾਏ ਜਿਨ੍ਹਾਂ ਲਫ਼ਜ਼ਾਂ ਵਿੱਚ ਪ੍ਰਗਟ ਕੀਤੀ, ਮੈਂ ਆਪ ਜੀ ਨੂੰ ਸੁਣਾਉਣਾ। ਉਸਤਾਦਨੀਆਂ ਮਤਲਬ ਜਿਹੜੀਆਂ ਪੜ੍ਹਾਉਣ ਵਾਲੀਆਂ ਮੈਡਮ ਸਨ, ਲੜਕੀਆਂ ਸਨ, ਉਸਤਾਦਨੀਆਂ ਵਾਸਤੇ ਖਾਸ ਟ੍ਰੇਨਿੰਗ ਕਲਾਸ ਖੁੱਲੀ ਹੋਈ ਹੈ। ਯੋਗ ਉਸਤਾਦਨੀਆਂ ਵੀ ਬੜੀ ਇਸਤਰੀ ਵਿਦਿਆ ਦੀ ਉન્નਤੀ ਦੇ ਰਸਤੇ ਵਿੱਚ ਬੜੀ ਭਾਰੀ ਰੋਕ ਹੈ ਕਿ ਅਗਰ ਯੋਗ ਟੀਚਰ ਨਾ ਮਿਲਣ ਤਾਂ ਇਸਤਰੀ ਵਿਦਿਆ ਅੱਗੇ ਵਧਣੀ ਮੁਸ਼ਕਲ ਹੈ। ਇਸ ਬਾਤ ਨੂੰ ਵੇਖ ਕੇ ਮੈਨੂੰ ਖੁਸ਼ੀ ਹੋਈ ਕਿ ਉਸ ਔਕੜ ਨੂੰ ਦੂਰ ਕਰਨ ਦਾ ਇੱਥੇ ਉਦਮ ਹੋ ਰਿਹਾ ਹੈ। ਇਹ ਸਿੱਖ ਕੌਮ ਦੀ ਖੁਸ਼ਕਿਸਮਤੀ ਹੈ ਕਿ ਉਹਨਾਂ ਦੇ ਪਾਸ ਭਾਈ ਤਖਤ ਸਿੰਘ ਜੀ ਜੈਸਾ ਸੂਝਵਾਨ ਔਰ ਸकुशल ਮੈਨੇਜਰ ਹੈ, ਜਿਸ ਨੇ ਕਿ ਆਪਣਾ ਤਨ ਮਨ ਇਸ ਅਦੁੱਤੀ ਆਸ਼ਰਮ ਵਾਸਤੇ ਅਰਪਣ ਕਰ ਦਿੱਤਾ ਹੋਇਆ ਹੈ। ਮੈਂ ਭਾਈ ਸਾਹਿਬ ਤੇ ਸਿੱਖ ਕੌਮ ਨੂੰ ਇਸ ਆਸ਼ਰਮ ਦੀ ਕਾਮਯਾਬੀ ਲਈ ਦਿਲੋਂ ਵਧਾਈ ਦਿੰਦਾ ਹਾਂ। ਸਰਕਾਰੀ ਦਰਬਾਰੇ ਵੀ ਭਾਈ ਸਾਹਿਬ ਦਾ ਬੜਾ ਇੱਜ਼ਤ ਸਨਮਾਨ ਸੀ। ਸੰਨ 1916 ਦੀ ਗੱਲ ਹੈ ਕਿ ਸ਼ਹਿਨਸ਼ਾਹ ਦੇ ਜਨਮ ਦਿਨ ਤੇ ਉਹਨਾਂ ਨੂੰ ਸਰਕਾਰ ਵੱਲੋਂ ਕੇਸਰੇ ਹਿੰਦ ਦੇ ਸਨਮਾਨ ਨਾਲ ਨਿਵਾਜਿਆ ਗਿਆ। ਸਨਮਾਨ ਮਿਲਣ ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ, ਆਪ ਸਾਰੇ ਭਾਈ ਕਾਹਨ ਸਿੰਘ ਜੀ ਨਾਭਾ ਤੋਂ ਵਾਕਫ ਹੋ, ਜਿਨ੍ਹਾਂ ਨੇ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ ਜਾਂ ਮਹਾਨ ਕੋਸ਼ ਲਿਖਿਆ ਹੈ। ਸ਼ਹਿਨਸ਼ਾਹ ਦੇ ਜਨਮ ਦਿਨ ਤੇ ਉਤਸਵ ਪਰ ਆਪ ਨੂੰ ਕੈਸਰੇ ਹਿੰਦ ਦਾ ਤਮਗਾ ਮਿਲਿਆ। ਪੜ੍ਹ ਕੇ ਚਿੱਤ ਨੂੰ ਅਤੀ ਆਨੰਦ ਹੋਇਆ। ਆਪ ਮੇਰੀ ਅਤੇ ਪਰਿਵਾਰ ਦੀ ਵਧਾਈ ਅੰਗੀਕਾਰ ਕਰੋ। 27 ਅਕਤੂਬਰ 1918 ਨੂੰ ਆਪ ਦੀ ਪਤਨੀ ਸਮੁੱਚੇ ਵਿਦਿਆਲੇ ਦੀ ਰੂਹ, ਭਾਈ ਸਾਹਿਬ ਦੇ ਹਰ ਦੁੱਖ ਸੁੱਖ ਦੀ ਸਾਥਣ ਬੀਬੀ ਆਗਿਆ ਕੌਰ ਅਚਾਨਕ ਅਕਾਲ ਚਲਾਣਾ ਕਰ ਗਏ। ਵਿਦਿਆਲੇ ਨੂੰ ਸ਼ਾਨੀ ਸ਼ੌਕਤ ਨਾਲ ਚੱਲਣ ਦੇ ਯੋਗ ਬਣਾਉਣ ਵਿੱਚ ਉਹਨਾਂ ਦਾ ਕਿੰਨਾ ਹੱਥ ਸੀ, ਇਹ ਆਪ ਪਹਿਲਾਂ ਹੀ ਪੜ੍ਹ ਚੁੱਕੇ ਹੋ, ਸੁਣ ਚੁੱਕੇ ਹੋ। ਇਸ ਸਮੇਂ ਉਹਨਾਂ ਦੀ ਵਿਦਿਆਲੇ ਨੂੰ ਬਹੁਤ ਲੋੜ ਸੀ। ਭਾਈ ਸਾਹਿਬ ਲਈ ਵੀ ਇਹ ਇਸ ਉਮਰ ਵਿੱਚ ਬਹੁਤ ਵੱਡੀ ਸੱਟ ਸੀ। ਇਸ ਦਾ ਅਸਰ ਭਾਈ ਸਾਹਿਬ ਦੇ ਜੀਵਨ ਤੇ ਬੜਾ ਡੂੰਘਾ ਤੇ ਪੱਕਾ ਪਿਆ। ਇੰਨੇ ਲੰਬੇ ਸੰਘਰਸ਼ ਦੇ ਮਗਰੋਂ ਭਾਈ ਸਾਹਿਬ ਨੂੰ ਕੁਝ ਆਰਾਮ ਦੀ ਲੋੜ ਸੀ, ਪਰ ਆਰਾਮ ਆਪ ਦੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਸੀ। ਵਿਦਿਆਲੇ ਦਾ ਕੰਮ ਇੰਨਾ ਵੱਧ ਚੁੱਕਾ ਸੀ ਕਿ ਉੱਤੇ ਹਰ ਵੇਲੇ ਆਪ ਦੀ ਹਾਜ਼ਰੀ ਦੀ ਲੋੜ ਸੀ। ਕਾਨਫਰੰਸਾਂ ਤੇ ਨੁਮਾਇਸ਼ਾਂ ਲਈ ਤਿਆਰੀ ਕਰਨ ਵਿੱਚ ਹਰ ਸਾਲ ਕਈ ਮਹੀਨੇ ਲੱਗ ਜਾਂਦੇ ਸਨ ਤੇ ਉਸ ਵਕਤ ਪੜ੍ਹਾਈ ਵਿੱਚ ਪਏ ਘਾਟੇ ਦੀ ਕਸਰ ਕਾਨਫਰੰਸ ਵਿੱਚੋਂ ਪੂਰੀ ਕਰਨੀ ਪੈਂਦੀ ਸੀ। ਪਹਿਲੇ ਸੰਸਾਰ ਯੁੱਧ, ਫਸਟ ਵਰਲਡ ਵਾਰ ਵੱਲ ਵਧੇਰੇ ਧਿਆਨ ਦੇਣ ਦਾ ਨਤੀਜਾ ਵੀ ਆਸ਼ਰਮ ਦੇ ਕਈ ਕੰਮ ਪਿੱਛੇ ਪੈ ਗਏ। ਪਹਿਲੇ ਸੰਸਾਰ ਯੁੱਧ ਵਿੱਚ ਆਪ ਨੇ ਆਸ਼ਰਮ ਵੱਲੋਂ ਮਾਇਆ ਤੇ ਕੱਪੜੇ ਲੱਤੇ ਬਣਾਉਣ ਵਿੱਚ ਕਾਫੀ ਮਦਦ ਕੀਤੀ। ਸੰਨ 1918 ਵਿੱਚ ਆਪ ਨੇ ਆਪਣੇ ਸਪੁੱਤਰ ਗੁਰਬਖਸ਼ ਸਿੰਘ ਨੂੰ ਫੌਜ ਵਿੱਚ ਭੇਜ ਦਿੱਤਾ ਸੀ। ਇਸ ਕਰਕੇ ਭਾਈ ਸਾਹਿਬ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਾਫੀ ਬੋਝ ਉਠਾਉਣਾ ਪਿਆ। ਹੁਣ ਤੱਕ ਸਿੱਖ ਕੰਨਿਆ ਮਹਾਵਿਦਿਆਲਿਆ ਦੀ ਬਹੁਤ ਪ੍ਰਸਿੱਧੀ ਹੋ ਗਈ ਸੀ।
ਦੂਰੋਂ ਦੂਰੋਂ ਵੇਖਣ ਵਾਲੇ ਹੁੰਦੇ ਸਨ, ਜਿਨ੍ਹਾਂ ਦੇ ਵਿਚਾਰ ਵਿਦਿਆਲੇ ਦੀ ਵਿਜ਼ਟਰ ਬੁੱਕ ਵਿੱਚ ਦਰਜ ਹਨ। ਪ੍ਰਸਿੱਧ ਇਤਿਹਾਸਕਾਰ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਵੀ ਸਨ 1919 ਵਿੱਚ ਇਸ ਵਿਦਿਆਲੇ ਵਿੱਚ ਆਏ, ਤੇ ਜੋ ਉਹਨਾਂ ਨੇ ਲਿਖਿਆ ਮੈਂ ਆਪ ਜੀ ਦੇ ਨਾਲ ਸਾਂਝਾ ਕਰਦਾ। ਮੈਨੂੰ ਅੱਜ ਪੰਥ ਦਾ ਇਹ ਫਖਰਯੋਗ ਆਸ਼ਰਮ ਸਿੱਖ ਕੰਨਿਆ ਮਹਾਵਿਦਿਆਲੇ ਫਿਰੋਜ਼ਪੁਰ ਸਰਦਾਰ ਅਮਰ ਸਿੰਘ ਜੀ ਐਡੀਟਰ ਨਾਲ ਗਜ਼ਟ ਦੇ ਸਰਦਾਰ ਅਰਜਨ ਸਿਆਹ ਸਿੰਘ ਜੀ BA ਨਾਲ ਮਿਲ ਕੇ ਡਿਠਾ। ਇਸ ਬਾਬਤ ਰਾਏ ਲਿਖਦਿਆਂ ਹੋਇਆ ਹੈਰਾਨ ਹੋ ਜਾਈਦਾ ਹੈ ਕਿ ਇਹਨਾਂ ਬੀਬੀਆਂ ਦੀ ਆਲਾ ਧਾਰਮਿਕ ਤੇ ਵਿਵਹਾਰਕ ਪੜ੍ਹਾਈ ਦੀ ਸ਼ਲਾਘਾ ਕੀਤੀ ਜਾਏ ਕਿ ਜ਼ਬਰਦਸਤ ਡਿਸਪਲਿਨ ਦੀ ਤਾਰੀਫ ਕੀਤੀ ਜਾਏ, ਜਾਂ ਬੋਰਡਿੰਗ ਹਾਊਸ ਦੀ ਸਫਾਈ ਤੇ ਕਰੀਨੇ ਨਾਲ ਹਰ ਇੱਕ ਬੀਬੀ ਦਾ ਆਪੋ ਆਪਣੀ ਥਾਂ ਪਰ ਧਰੇ ਹੋਏ ਸਮਾਨ ਦੀ ਉਪਮਾ ਕੀਤੀ ਜਾਏ, ਜਾਂ ਲੰਗਰ ਦੇ ਆਲਾ ਪ੍ਰਬੰਧ ਸੰਬੰਧੀ ਕੁਝ ਲਿਖਿਆ ਜਾਏ। ਗਰਜ ਕੇ ਜਿਸ ਕੰਮ ਨੂੰ ਦੇਖੋ ਉਹ ਆਪਣੇ ਆਪ ਵਿੱਚ ਹਰ ਪਹਿਲੂ ਤੋਂ ਮੁਕੰਮਲ ਸੀ ਤੌਰ ਤੇ ਉਹ ਚੱਲ ਰਿਹਾ ਸੀ। ਇੱਥੇ ਹਰ ਇੱਕ ਜੀਵਨ ਦਾ ਜ਼ਰੂਰੀ ਕੰਮ ਬੀਬੀਆਂ ਤੇ ਸੰਪੂਰਨ ਕਰਦੀਆਂ ਸਨ। ਕੀਰਤਨ ਤੇ ਅਰਦਾਸਾਂ ਆਪ ਆਪਣੇ ਆਪ ਹੀ ਨਿਭਾਉਂਦੀਆਂ ਸਨ। ਲੰਗਰ ਵਿੱਚ ਸਵੱਛ ਤੇ ਸਧਾਰਨ ਖਾਣਾ ਆਪਣੇ ਹੱਥੋਂ ਹੀ ਵਾਰੋ ਵਾਰ ਤਿਆਰ ਕਰਦੀਆਂ ਹਨ। ਸੀਨ ਪਰੋਣ ਦੇ ਸਾਰੇ ਕੰਮ ਤੋਂ ਸਾਰੀਆਂ ਹੀ ਬੀਬੀਆਂ ਵਾਕਫ ਸਨ। ਭਾਈ ਤਖਤ ਸਿੰਘ ਜੀ ਵਿਦਿਆਲੇ ਵਿੱਚ ਉੱਚੇ ਆਚਰਣ ਅਤੇ ਅਨੁਸ਼ਾਸਨ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਸਨ। ਇੱਕ ਵਾਰੀ ਕਿਸੇ ਗਲਤਫਹਿਮੀ ਕਰਕੇ ਆਪਨੇ ਅਨੁਸ਼ਾਸਨ ਦੇ ਇਖਲਾਕ ਖਰਾਬ ਹੁੰਦਾ ਵੇਖ ਕੇ ਸਨ 1923 ਵਿੱਚ ਕੁਝ ਲੜਕੀਆਂ ਅਤੇ ਸਟਾਫ ਦੇ ਕੁਝ ਮੈਂਬਰਾਂ ਨੂੰ ਵਾਪਸ ਘਰ ਭੇਜ ਦਿੱਤਾ। ਆਸ਼ਰਮ ਦੇ ਬਾਹਰ ਕੁਝ ਘੁਰਘੁਰ ਹੋਈ ਤਾਂ ਆਪਨੇ ਇੱਕ ਲੈਕਚਰ ਵਿੱਚ ਕਿਹਾ, ਮੈਂ ਕੋਟ ਕਰਦਾ, ਇਹ ਕੋਈ ਜ਼ਰੂਰੀ ਨਹੀਂ ਕਿ ਇਹ ਵਿਦਿਆਲਿਆ 300 ਕੁੜੀਆਂ ਦਾ ਹੋਵੇ ਜਾਂ 100 ਦਾ ਜਾਂ 50 ਦਾ, ਪਰ ਇਹ ਜ਼ਰੂਰੀ ਹੈ ਕਿ ਇਹ ਵਿਦਿਆਲਾ ਚੰਗੇ ਆਚਰਣ ਵਾਲੀਆਂ ਸਿੱਖ ਕੁੜੀਆਂ ਦਾ ਹੋਵੇ। ਭਾਈ ਸਾਹਿਬ ਜੀ ਜਿੱਥੇ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰਾਂ ਵਿੱਚ ਸੇਵਾ ਨਿਭਾਉਂਦੇ ਰਹੇ, ਉੱਥੇ ਸਿੱਖ ਪੰਥ ਵੱਲ ਬਣਦੀ ਜ਼ਿੰਮੇਵਾਰੀ ਦੀ ਪ੍ਰਤੀ ਵੀ ਪੂਰੀ ਤਰ੍ਹਾਂ ਆਪ ਜੀ ਸੁਚੇਤ ਸਨ। ਆਪਨੇ ਆਪਣੇ ਛੋਟੇ ਸਪੁੱਤਰ ਨੂੰ ਜੈਤੋ ਦੇ ਮੋਰਚੇ ਵਿੱਚ ਭੇਜਿਆ। ਕਿੰਨੀ ਵੱਡੀ ਗੱਲ ਹੈ ਕਿ ਜਿੱਥੇ ਆਪ ਪੰਥ ਵਿੱਚ ਜੁੜੇ ਹੋਏ ਹਨ ਸੇਵਾ ਦੇ ਵਿੱਚ ਤਨ ਮਨ ਧਨ ਕਰਕੇ, ਉੱਥੇ ਆਪਣੇ ਬੱਚੇ ਨੂੰ ਫੌਜ ਵਿੱਚ ਵੀ ਭੇਜਿਆ ਤੇ ਦੂਸਰੇ ਨੂੰ ਜੈਤੋ ਦੇ ਮੋਰਚੇ ਵਿੱਚ ਵੀ ਪੰਥਕ ਕਾਰਜਾਂ ਵਾਸਤੇ ਭੇਜ ਦਿੱਤਾ। ਆਪ ਦਾ ਛੋਟਾ ਸਪੁੱਤਰ ਸਰਦਾਰ ਪ੍ਰੀਤਮ ਸਿੰਘ, ਜਿਸ ਦਾ ਜਨਮ 1902 ਵਿੱਚ ਹੋਇਆ ਸੀ, ਆਪ ਦੀ ਤਰ੍ਹਾਂ ਬੜੇ ਧਾਰਮਿਕ ਸੁਭਾਅ ਵਾਲਾ ਸੀ। ਜਦ ਜੈਤੋ ਦਾ ਮੋਰਚਾ ਲੱਗਿਆ ਉਹ 5ਵੇਂ ਜਥੇ ਵਿੱਚ ਗਿਆ ਸੀ। ਜਦ 12 ਅਪ੍ਰੈਲ 1924 ਨੂੰ ਲਾਇਲਪੁਰ ਤੋਂ ਚੱਲ ਕੇ 12 ਮਈ ਨੂੰ ਫਿਰੋਜ਼ਪੁਰ ਪੁੱਜਾ, ਭਾਈ ਤਖਤ ਸਿੰਘ ਨੇ 13 ਮਈ ਨੂੰ ਜਥੇ ਨੂੰ ਸੰਬੋਧਨ ਕੀਤਾ ਅਤੇ ਆਪਣੇ ਸਪੁੱਤਰ ਭਾਈ ਪ੍ਰੀਤਮ ਸਿੰਘ ਨੂੰ ਜਥੇ ਦੇ ਨਾਲ ਤੋਰਿਆ। 21 ਮਈ ਨੂੰ ਜਥਾ ਕਿਸ਼ਨ ਸਿੰਘ ਵਾਲੇ ਤੋਂ ਜੈਤੋ ਲਈ ਰਵਾਨਾ ਹੋਇਆ। ਕਿਤੇ ਹੀ ਮਿਸਟਰ ਵਿਲਸਨ ਅਧੀਨ ਫੌਜ ਦੇ ਰਸਾਲੇ ਨੇ ਜਥੇ ਨੂੰ ਘੇਰੇ ਵਿੱਚ ਲੈ ਲਿਆ। ਵਿਲਸਨ ਨੇ ਧਨੌਲੇ ਆਦਿਕ 12 ਪਿੰਡਾਂ ਤੋਂ ਗੁੰਡਿਆਂ ਨੂੰ ਇਕੱਠਾ ਕਰਕੇ ਜਥੇ ਉੱਤੇ ਡਾਂਗਾ ਭਰਾਉਣ ਲਾ ਦਿੱਤਾ। ਫਿਰ ਪੁਲਿਸ ਨੇ ਸਿੰਘਾਂ ਨੂੰ ਰੱਸਿਆਂ ਨਾਲ ਜਕੜ ਲਿਆ ਤੇ ਇੱਕ ਸਪੈਸ਼ਲ ਗੱਡੀ ਵਿੱਚ ਨਾਭੇ ਜੇਲ੍ਹ ਭੇਜ ਦਿੱਤਾ, ਜਿੱਥੇ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ। ਅੰਗਰੇਜ਼ਾਂ ਦਾ ਤਸ਼ੱਦਦ ਸਹਿੰਦੇ ਭਾਈ ਪ੍ਰੀਤਮ ਸਿੰਘ ਮਈ 1924 ਵਿੱਚ ਸ਼ਹੀਦੀ ਪਾ ਗਏ। ਭਾਈ ਪ੍ਰੀਤਮ ਸਿੰਘ ਜੀ ਭਾਈ ਤਖਤ ਸਿੰਘ ਜੀ ਦੇ ਬੇਟੇ ਸਨ, ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਹੱਥੀਂ ਇਸ ਮੋਰਚੇ ਵਿੱਚ ਭੇਜਿਆ ਸੀ। ਭਾਈ ਸਾਹਿਬ ਅਤੇ ਉਹਨਾਂ ਦੀਆਂ ਦੋਵੇਂ ਹੀ ਪਤਨੀਆਂ ਨੇ ਆਪਣੇ ਆਪਣੇ ਸਮੇਂ ਵਿਦਿਆਲੇ ਨੂੰ ਹੋਂਦ ਵਿੱਚ ਚਲਾਉਣ ਅਤੇ ਬੱਚਿਆਂ ਦੀ ਸੇਵਾ ਸੰਭਾਲ ਵਿੱਚ ਜਿਸ ਤਰ੍ਹਾਂ ਹਰ ਛੋਟੀ ਤੋਂ ਛੋਟੀ ਸੇਵਾ ਨਿਭਾਈ, ਉਸ ਦੀ ਮਿਸਾਲ ਸ਼ਾਇਦ ਹੀ ਕਿਧਰੇ ਮਿਲ ਸਕੇ। ਇੱਕ ਕਮਰੇ ਵਿੱਚ ਸ੍ਰੀਮਤੀ ਹਰਨਾਮ ਕੌਰ ਜੀ ਦੀਆਂ ਫੋਟੋਆਂ ਵੀ ਸਨ। ਇਹ ਭਾਈ ਸਾਹਿਬ ਦੀ ਪਹਿਲੀ ਸੁਪਤਨੀ ਸਨ, ਜਿਸ ਨਾਲ ਮਿਲ ਕੇ ਇਹ ਸੰਸਥਾ ਦੀ ਨੀਂਹ ਰੱਖੀ ਗਈ ਸੀ। ਉੱਥੇ ਹੀ ਉਹ ਯਤੀਮ ਬੱਚੇ ਦੀ ਹੰਝੂ ਭਰੀਆਂ ਅੱਖਾਂ ਵਾਲੀ ਤਸਵੀਰ ਵੀ ਸੀ, ਜਿਸ ਨੂੰ ਬੀਬੀ ਜੀ ਨੇ ਆਪਣੇ ਬੱਚੇ ਦੇ ਨਾਲ ਆਪਣਾ ਦੁੱਧ ਪਿਲਾ ਕੇ ਪਾਲਿਆ ਸੀ। ਬੱਚਾ ਬੀਬੀ ਜੀ ਦੇ ਦੇਹਾਂਤ ਤੇ ਜਾਰੋ ਜਾਰ ਹੋ ਰਿਹਾ ਸੀ। ਬੜਾ ਹੀ ਕਰੁਣਾ ਭਰਪੂਰ ਦ੍ਰਿਸ਼ ਸੀ। ਡਾਕਟਰ ਦਲਵਿੰਦਰ ਸਿੰਘ ਜੀ ਨੇ ਇਸ ਬਾਰੇ ਲਿਖਿਆ ਹੈ, ਭਾਈ ਸਾਹਿਬ ਦੀ ਪਤਨੀ ਬੀਬੀ ਹਰਨਾਮ ਕੌਰ ਦਾ
इस संस्था ਨੂੰ ਚਲਾਉਣ ਵਿੱਚ ਉਤਨਾ ਹੀ ਹੱਥ ਸੀ ਜਿਤਨਾ ਕਿ ਭਾਈ ਤਖਤ ਸਿੰਘ ਜੀ ਦਾ। ਇਸ ਦਾ ਬੋਰਡਿੰਗ ਹਾਊਸ ਪਰਿਵਾਰ ਦੇ ਨਮੂਨੇ ਤੇ ਸੀ। ਭਾਈ ਤਖਤ ਸਿੰਘ ਮੈਨੇਜਰ ਤੇ ਬੀਬੀ ਹਰਨਾਮ ਕੌਰ ਅਧਿਆਪਕਾ ਉਸ ਦੇ ਵਿੱਚ ਹੀ ਰਹਿੰਦੇ ਸਨ। ਇਸ ਆਸ਼ਰਮ ਦਾ ਉਦੇਸ਼ ਨਿਪੁੰਨ ਮਾਵਾਂ, ਸਤਵੰਤੀ ਇਸਤਰੀਆਂ, ਪ੍ਰੇਮਣ ਭੈਣਾਂ ਅਤੇ ਆਗਿਆਕਾਰ ਬੀਬੀਆਂ ਬਣਾਉਣਾ ਸੀ। ਕਿੰਨਾ ਉੱਚਾ ਆਦਰਸ਼ ਹੈ ਭਾਈ ਤਖਤ ਸਿੰਘ ਜੀ ਦਾ। ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਕਿ ਇਸ ਆਸ਼ਰਮ ਦਾ ਉਦੇਸ਼ ਨਿਪੁੰਨ ਮਾਵਾਂ, ਸਤਵੰਤੀ ਇਸਤਰੀਆਂ, ਪ੍ਰੇਮਣ ਭੈਣਾਂ ਅਤੇ ਆਗਿਆਕਾਰ ਬੀਬੀਆਂ ਬਣਾਉਣਾ ਸੀ। ਬੀਬੀ ਹਰਨਾਮ ਕੌਰ ਇੱਕ ਲਾਇਕ ਅਤੇ ਮਿਹਰਬਾਨ ਅਧਿਆਪਕਾ ਵਾਂਗ ਪੜ੍ਹਾਉਂਦੀ ਸੀ, ਭੈਣਾਂ ਵਾਂਗੂ ਵਰਤਦੀ ਸੀ ਅਤੇ ਮਾਤਾ ਵਾਂਗ ਟਹਿਲ ਕਰਦੀ ਸੀ, ਸੇਵਾ ਕਰਦੀ ਸੀ। ਆਸ਼ਰਮ ਦੀਆਂ ਲੜਕੀਆਂ ਦੇ ਕੱਪੜੇ ਤੇ ਉਹਨਾਂ ਦੇ ਸਿਰ ਧੋਣ ਦਾ ਕੰਮ ਆਪ ਕਰਦੀ ਸੀ। ਵਾਹ, ਕਿਆ ਗ੍ਰੇਟ ਗੱਲ ਹੈ। ਆਸ਼ਰਮ ਦੀਆਂ ਲੜਕੀਆਂ ਦੇ ਕੱਪੜੇ ਤੇ ਉਹਨਾਂ ਦੇ ਸਿਰ ਧੋਣ ਦਾ ਕੰਮ ਬੀਬੀ ਹਰਨਾਮ ਕੌਰ ਜੀ ਆਪ ਕਰਦੇ ਸਨ। ਸਿਆਲ ਵੀ ਗਰਮ ਪਾਣੀ ਕਰਕੇ ਬੀਬੀਆਂ ਦੀ ਪੈਰ ਧੋਂਦੇ ਅਤੇ ਇਸ ਵਿੱਚ ਆਪਣੀ ਵਡਿਆਈ ਸਮਝਦੇ। ਇਸ ਪਿਆਰ ਨੇ ਬੀਬੀਆਂ ਦੇ ਮਨ ਇਤਨੇ ਮੋਹ ਲਏ ਸਨ ਕਿ ਉਹ ਆਪਣੇ ਪਿੰਡ ਜਾਣ ਨੂੰ ਕੈਦਖਾਨਾ ਜਾਣਾ ਆਖਿਆ ਕਰਦੀਆਂ ਸਨ। ਬੀਬੀ ਹਰਨਾਮ ਕੌਰ ਜਿਹਦਾ ਆਸ਼ਰਮ ਵੀ ਜਿਵੇਂ ਸਮੁੱਚਾ ਜੀਵਨ ਸੀ ਤੇ ਧਰਮ ਆਸ਼ਰਮ ਦੀਆਂ ਬੱਚੀਆਂ ਦੀ ਸੇਵਾ। ਕਈ ਯਤੀਮ ਬੱਚੀਆਂ ਆ ਜਾਂਦੀਆਂ ਸਨ ਜਿਨ੍ਹਾਂ ਦਾ ਪਾਲਣ ਪੋਸ਼ਣ, ਨਲਾਉਣ ਧੋਣ, ਪਿਲਾਉਣ, ਖਵਾਉਣ ਦਾ ਸਾਰਾ ਕੁਝ ਆਪਣੇ ਬੱਚਿਆਂ ਤੋਂ ਵੱਧ ਕਰਨਾ ਪੈਂਦਾ ਸੀ। ਬੀਬੀ ਜੀ ਤਾਂ ਇੱਥੋਂ ਤੱਕ ਜਾਂਦੇ ਕਿ ਆਪਣੇ ਬੱਚਿਆਂ ਤੋਂ ਦੁੱਧ ਛਡਵਾ ਕੇ ਯਤੀਮ ਬੱਚਿਆਂ ਨੂੰ ਪਿਲਾਉਂਦੇ ਸਨ। ਸਾਰੀ ਸਾਰੀ ਰਾਤ ਜਾਗ ਜਾਗ ਕੇ ਸੇਵਾ ਕਰਦੇ, ਟੱਟੀ ਪਿਸ਼ਾਬ ਬਿਨਾਂ ਕਿਸੇ ਕਿਰਕ ਤੇ ਸਾਫ਼ ਕਰਦੇ। ਆਸ਼ਰਮ ਤੋਂ ਤੰਗੀ ਆਈ ਤਾਂ ਆਪਣੇ ਸਾਰੇ ਖਰਚੇ ਨਾ ਬਰਾਬਰ ਕਰ ਦਿੱਤੇ, ਪਰ ਬੱਚਿਆਂ ਨੂੰ ਔਖ ਨਹੀਂ ਆਉਣ ਦਿੱਤੀ। ਇੱਥੋਂ ਤੱਕ ਕਿ ਲੋੜ ਪੈਣ ਤੇ ਆਪਣੇ ਗਹਿਣੇ ਤੱਕ ਵੀ ਵੇਚ ਦਿੱਤੇ, ਪਰ ਵਿਦਿਆ ਦੀ ਵਿਸ਼ਾਲ ਨੂੰ ਹਮੇਸ਼ਾ ਬਲਦਿਆ ਰੱਖਿਆ ਗਿਆ। ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਅਪ੍ਰੈਲ 1908 ਦੇ ਪੰਜਾਬੀ ਪੈਨ ਰਸਾਲੇ ਵਿੱਚ ਜੋ ਲਿਖਿਆ ਹੈ, ਮੈਂ ਆਪ ਜੀ ਨੂੰ ਸੁਣਾਉਣਾ ਕਿ ਦੁਨੀਆ ਵਿੱਚ ਕਦੇ ਕੋਈ ਅਜਿਹੇ ਨਿਰਮਾਣ ਸੇਵਕਾਂ ਦਾ ਜੋੜਾ ਦੇਖਿਆ ਜਾਂ ਸੁਣਿਆ ਜੋ ਹੋਏਗਾ, ਜਿਸ ਦੀ ਸੇਵਾ ਹੋਵੇ ਉਹ ਰੋਸਾਂ ਤੇ ਉਲਾਂਭਿਆਂ ਨਾਲ ਬੁੱਲ ਫੇਰ ਕੇ ਉੱਪਰ ਨੂੰ ਮੂੰਹ ਫੇਰ ਬੈਠੇ ਤੇ ਸ੍ਰੀਮਤੀ ਹਰਨਾਮ ਕੌਰ ਜੀ ਉਸਦੇ ਪੈਰਾਂ ਉੱਪਰ ਸੀਸ ਧਰ ਮਨਾਉਣ। ਹਾਏ ਆਪ ਦੀ ਦੁੱਧ ਚੁੰਗਦੀ ਬੱਚੀ ਭੁੱਖ ਨਾਲ ਪਈ ਵਿਲ ਕੇ ਤੇ ਸ੍ਰੀਮਤੀ ਜੀ ਇੱਕ ਯਤੀਮ ਮਾਂ ਮਾਈਟਰ ਕੁੜੀ ਨੂੰ, ਅਨਾਥ ਕੁੜੀ ਨੂੰ ਦਿਲਾਸੇ ਦਿੰਦੇ ਦੁੱਧ ਚੁੰਗਾਉਂਦੇ ਹਨ। ਭਾਈ ਸਾਹਿਬ ਜੀ ਐਤਵਾਰ ਵਾਲੇ ਦਿਨ ਯਤੀਮ ਕੁੜੀਆਂ ਦੇ ਕੱਪੜੇ ਆਪਣੇ ਹੱਥੀਂ ਧੋਂਦੇ ਸਨ। ਭਾਈ ਤਖਤ ਸਿੰਘ ਜੀ ਮਾਇਆ ਵੱਲੋਂ ਤੰਗੀ ਸੀ, ਗੱਫੇ ਨਾ ਆਉਣ ਕਰਕੇ ਹੱਥ ਖਾਲੀ, ਉਤੋਂ ਮੀਂਹ ਮੋਹਲੇਦਾਰ, ਕੋਠਾ ਚੌਹਾਂ ਨੁਕਰਾਂ ਤੋਂ ਤ੍ਰਿਪ ਤ੍ਰਿਪ ਕਰੇ ਤੇ ਸ੍ਰੀਮਤੀ ਜੀ ਤੇ ਭਾਈ ਸਾਹਿਬ ਜੀ ਜਲ ਪੂਰਤ ਨੇਤਰਾਂ ਨਾਲ ਪ੍ਰਾਰਥਨਾ ਦਾ ਰੂਪ ਬਣੇ ਹੋਏ ਅਕਾਲ ਪੁਰਖ ਅੱਗੇ ਲੜਕੀਆਂ ਦੀ ਅਰੋਗਤਾ ਦਾ ਪਰਦਾਸਾ ਸੋਧ ਰਹੇ ਹੋਣ। ਕਿਆ ਕਮਾਲ ਹੈ ਗੁਰਸਿੱਖੀ ਜੀਵਨ। ਸੰਨ 1931 ਵਿੱਚ ਚੀਫ ਖਾਲਸਾ ਦੀਵਾਨ ਨੇ ਆਪਣੀ ਸਿਲਵਰ ਜੁਬਲੀ ਦਾ ਕੱਢਿਆ। ਸੇਵਾਵਾਂ ਦਾ ਵਰਣਨ ਵੀ ਆਪ ਜੀ ਨੇ ਬਖੂਬੀ ਕੀਤਾ। ਉਹ ਇਸ ਤਰ੍ਹਾਂ ਹੈ, ਆਪਨੇ ਜਿਸ ਹਿੰਮਤ, ਕੁਰਬਾਨੀ ਤੇ ਪਿਆਰ ਨਾਲ ਕੰਮ ਕਰਕੇ ਇਸ ਪਾਠਸ਼ਾਲਾ ਨੂੰ ਮਹਾਵਿਦਿਆਲਿਆ ਤੱਕ ਪਹੁੰਚਾਇਆ, ਇਹ ਆਪ ਜੀ ਦਾ ਹੀ ਹਿੱਸਾ ਹੈ। 1911 ਵਿੱਚ ਆਪ ਆਪਣੀ ਧਰਮ ਪਤਨੀ ਬੀਬੀ ਆਗਿਆ ਕੌਰ ਜੀ ਨਾਲ ਵਿਦਿਆਲੇ ਦੀ ਬਿਹਤਰੀ ਲਈ 50,000 ਦਾ ਪ੍ਰਾਣ ਕਰਕੇ ਟਾਪੂਆਂ ਵੱਲ ਚਲੇ ਗਏ ਤੇ 48,000 ਰੁਪਏ ਇਕੱਤਰ ਕਰਕੇ ਮੁੜ ਆਸ਼ਰਮ ਵਿੱਚ ਆਏ। ਆਪ ਜੀ ਦੀ ਹਿੰਮਤ ਤੇ ਕੁਰਬਾਨੀ ਦੀ ਸਭ ਪਾਸੇ ਸ਼ਲਾਘਾ ਹੋਈ। ਸਕੂਲ ਦੀ ਇਮਾਰਤ ਬੜੀ ਆਲੀਸ਼ਾਨ ਸੀ ਤੇ ਉਸ ਵਿੱਚ ਇਹ ਸਾਰੀਆਂ ਗੱਲਾਂ ਜਿਹੜੀਆਂ ਆਪ ਜੀ ਨੂੰ ਮੈਂ ਪਹਿਲੇ ਸੁਣਾਈਆਂ ਹਨ। ਤੋ ਪਿਆਰੇ, ਇਸ ਆਸ਼ਰਮ ਦੇ ਜਿਹੜਾ ਕਰਜ਼ਈ ਹੋ ਗਿਆ ਤੇ ਉਹ ਚਾਹੁੰਦੇ ਸਨ ਕਿ ਮੈਂ ਮੰਗਣ ਨਾ ਨਿਕਲਾਂ, ਮੈਂ ਮੰਗਣ ਨਿਕਲਾਂ ਤੇ ਪਹਿਲਾਂ ਆਪਣੇ ਠੂਠੇ ਵਿੱਚ ਆਪ ਦੇ ਹੱਥੋਂ ਖੈਰ ਪਵਾਉਣੀ ਚਾਹੁੰਦਾ ਹਾਂ, ਤਿਲ ਫੁੱਲ ਪਾ ਦੇਣਾ, ਪਰ ਖੁਸ਼ੀ ਨਾਲ ਇਹ ਚੰਦਾ ਨਹੀਂ, ਖੈਰਾਤ ਜਿਹੜੀ ਹੋਵੇਗੀ, ਫਕੀਰ ਦੀ ਤਰ੍ਹਾਂ ਆਵਾਂਗਾ ਤੇ ਖੜਾ ਖੜਾ ਤੁਰ ਜਾਵਾਂਗਾ। ਗੁਰੂ ਪਿਤਾ ਆਪ ਦੀ ਹਰ ਤਰ੍ਹਾਂ ਸਹਾਇਤਾ ਕਰਦਾ ਰਹੇ ਤੇ ਹਰ ਮੈਦਾਨ ਫਤਿਹ ਬਖਸ਼ਦਾ ਰਹੇ। ਇਸ ਚਿੱਠੀ ਵਿੱਚ ਭਾਈ ਤਖਤ ਸਿੰਘ ਜੀ ਦੇ ਸੱਚੇ ਸੁੱਚੇ ਹਿਰਦੇ ਦੀ ਅਸਹਿ ਗੁੱਝੀ ਪੀੜ ਤੇ ਮਾਨਸਿਕ ਦੀ ਰੂਹਾਨੀ ਤੜਫਨ,
ਸਰੀਰਕ ਨਿਰਬਲਤਾ ਅਤੇ ਪੰਥ ਦੀ ਸੇਵਾ ਕਰਨ ਦੇ ਜਜ਼ਬਾਤ ਜਿਹੜੇ ਹਨ ਉਹ ਪ੍ਰਗਟ ਹੁੰਦੇ ਹਨ। ਉੱਪਰ ਜਿਹੜੀ ਚਿੱਠੀ ਲਿਖੀ ਹੈ ਉਸਦੇ 10 ਮਹੀਨੇ ਮਗਰੋਂ ਪੰਥ ਦਾ ਇਹ ਨਿਰਧਾਰਕ ਯੋਧਾ ਅੰਤਮ ਸਾਹਾਂ ਤੱਕ ਜੂਝਦਾ ਹੋਇਆ 17 ਦਸੰਬਰ 1937 ਨੂੰ 75 ਸਾਲ ਦੀ ਆਯੂ ਵਿੱਚ ਪ੍ਰਭੂ ਚਰਨਾਂ ਵਿੱਚ ਜਾ ਬਰਾਜੇ। ਆਪ ਜੀ ਦੇ ਅੰਤਰ ਸਮੇਂ ਦੇ ਬਾਰੇ ਡਾਕਟਰ ਬਲਵਿੰਦਰ ਸਿੰਘ ਜੀ ਨੇ ਭਾਈ ਤਖਤ ਸਿੰਘ ਜੀ ਦੀ ਸੁਪੁੱਤਰੀ ਬੀਬੀ ਗੁਰਬਖਸ਼ ਕੌਰ ਜੀ ਦੇ ਨਾਲ 28 ਅਪ੍ਰੈਲ 2003 ਨੂੰ ਉਹਨਾਂ ਦੇ ਗ੍ਰਹਿ ਕੋਠੀ ਨੰਬਰ 29 ਸੈਕਟਰ 9A ਚੰਡੀਗੜ੍ਹ ਵਿੱਚ ਗੱਲਬਾਤ ਕੀਤੀ। ਭਾਈ ਸਾਹਿਬ ਦੇ ਅੰਤਰ ਸਮੇਂ ਬਾਰੇ ਬੀਬੀ ਗੁਰਬਖਸ਼ ਕੌਰ ਜੀ ਨੇ ਦੱਸਿਆ ਉਹ ਇੰਜ ਹੈ। 15 ਦਸੰਬਰ ਨੂੰ 1937 ਨੂੰ ਉਹਨਾਂ ਨੇ ਮੈਨੂੰ ਕਿਹਾ, ਬੇਟਾ ਸੰਸਥਾ ਉੱਤੇ ਕੁਝ ਕਰਜ਼ਾ ਹੈ, ਮੈਂ ਚਾਹੁੰਦਾ ਸੀ ਕਿ ਇਹ ਹਿਸਾਬ ਕਿਤਾਬ ਮੈਂ ਆਪ ਚੁਕਾਵਾਂ, ਪਰ ਮੇਰਾ ਵਕਤ ਨੇੜੇ ਆ ਗਿਆ ਹੈ। ਇਹ ਜ਼ਿੰਮੇਵਾਰੀ ਮੈਂ ਤੁਹਾਨੂੰ ਸੌਂਪ ਰਿਹਾ ਹਾਂ। ਤੁਸੀਂ ਭੈਣਾਂ ਨੇ ਉਨੀ ਦੇਰ ਸ਼ਾਦੀ ਨਹੀਂ ਕਰਨੀ ਜਿੰਨੀ ਚਿਰ ਵਿਦਿਆਲੇ ਦੇ ਸਿਰ ਤੋਂ ਪੂਰਾ ਕਰਜ਼ਾ ਉਤਰ ਨਾ ਜਾਏ। ਕਿਆ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ ਕਿ ਆਪਣੀਆਂ ਨੌਜਵਾਨ ਬੱਚੀਆਂ ਨੂੰ ਇਹ ਹਦਾਇਤ ਕਰਕੇ ਜਾ ਰਹੇ ਹਾਂ ਕਿ ਤੁਸੀਂ ਉਦੋਂ ਤੱਕ ਸ਼ਾਦੀ ਨਹੀਂ ਕਰਨੀ ਜਦ ਤੱਕ ਵਿਦਿਆਲੇ ਦਾ ਕਰਜ਼ਾ ਜਿਹੜਾ ਹੈ ਉਹ ਤੁਸੀਂ ਮੋੜ ਨਹੀਂ ਦੇਣਾ, ਤਾਂ ਕਿ ਕੋਈ ਇਹ ਨਾ ਆਖ ਸਕੇ ਕਿ ਤਖਤ ਸਿੰਘ ਆਪ ਤਾਂ ਚਲਾ ਗਿਆ ਹੈ ਤੇ ਪੰਥ ਦੇ ਸਿਰ ਤੇ ਕਰਜ਼ਾ ਛੱਡ ਗਿਆ। ਭੈਣਾਂ ਨੇ ਪਿਆਰ ਨਾਲ ਰਹਿਣਾ ਅਤੇ ਵੀਰ ਨੂੰ ਪਿਆਰ ਨਾਲ ਰੱਖਣਾ। ਮੇਰਾ ਸੰਸਕਾਰ ਉੱਥੇ ਕਰਨਾ ਜਿੱਥੇ ਆਪਣੀ ਮਾਂ ਦਾ ਕੀਤਾ ਸੀ। ਇਸ ਵੇਲੇ ਉਹਨਾਂ ਦਾ ਚਿਹਰਾ ਚਮਕ ਰਿਹਾ ਸੀ ਜਿਵੇਂ ਕੋਈ ਨੂਰ ਵਰਸਦਾ ਹੋਵੇ। ਅਗਲਾ ਦਿਨ 16 ਤਰੀਕ ਠੀਕ ਬੀਤਿਆ। 17 ਤਰੀਕ ਸਵੇਰੇ ਪਿਤਾ ਜੀ ਮੈਨੂੰ ਕਹਿਣ ਲੱਗੇ, ਅਖੰਡ ਪਾਠ ਰੱਖ ਦਿੱਤਾ ਹੈ। ਮੈਂ ਕਿਹਾ ਨਹੀਂ। ਉਹਨਾਂ ਕਿਹਾ ਰੱਖ ਦੇਣਾ ਜੀ। ਸ਼ਾਮ ਦੇ 3 ਵਜੇ ਉਹਨਾਂ ਨੇ ਵਿਦਿਆਲੇ ਦੀ ਡਾਕ ਦੇਖੀ। ਅੰਤ 6 ਵਜੇ ਮੈਨੂੰ ਕਹਿਣ ਲੱਗੇ, ਬੇਟਾ ਲੜਕੀਆਂ ਨੂੰ ਦੁੱਧ ਮਿਲਦਾ ਹੈ, ਨਹਾਉਣ ਵਾਸਤੇ ਗਰਮ ਪਾਣੀ ਮਿਲਦਾ ਹੈ। ਮੇਰੇ ਜਾਣ ਮਗਰੋਂ ਯਤੀਮ ਬੱਚਿਆਂ ਨੂੰ ਧੱਕਾ ਨਾ ਦੇਣਾ। ਮੈਂ ਬਹੁਤ ਵਕਤਾਂ ਨਾਲ ਪਾਲੀਆਂ ਹਨ। ਇਹ ਯਤੀਮ ਬੱਚੀਆਂ ਨਹੀਂ, ਇਹ ਪੰਥ ਦੀਆਂ ਬੱਚੀਆਂ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬੱਚੀਆਂ ਨੇ। ਮੈਂ ਜਦ ਥੋੜੇ ਕੰਮ ਲਈ ਬਾਹਰ ਗਈ, ਕਰਤਾਰ ਕੌਰ ਭੱਜ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੇ ਕਿ ਭਾਈ ਸਾਹਿਬ ਨੂੰ ਕੁਝ ਹੋ ਗਿਆ ਹੈ। ਜਦ ਮੈਂ ਭੱਜ ਕੇ ਦੇਖਿਆ ਤਾਂ ਉਹ ਗੁਰੂ ਨੂੰ ਪਿਆਰੇ ਹੋ ਚੁੱਕੇ ਸਨ। ਅਗਲੇ ਦਿਨ ਸੰਸਕਾਰ ਕੀਤਾ ਗਿਆ। ਸੰਸਕਾਰ ਵਕਤ ਲੋਕ ਬੜੇ ਗਮਗੀਨ ਸਨ ਅਤੇ ਸਾਨੂੰ ਦਿਲਾਸਾ ਦਿੰਦੇ ਹੋਏ ਕਹਿ ਰਹੇ ਸਨ ਕਿ ਬੱਚਿਓ ਤੁਸੀਂ ਕਿਉਂ ਰੋ ਰਹੀਆਂ ਹੋ, ਪਿਓ ਤੁਹਾਡਾ ਨਹੀਂ, ਪਿਓ ਤਾਂ ਸਾਡਾ ਮਰਿਆ ਹੈ। ਭਾਈ ਸਾਹਿਬ ਦੇ ਮਗਰੋਂ ਵਿਦਿਆਲੇ ਦਾ ਪ੍ਰਬੰਧ ਕਿਸ ਤਰ੍ਹਾਂ ਚੱਲਿਆ ਉਸ ਬਾਰੇ ਵੀ ਆਪਾਂ ਥੋੜੀ ਗੱਲ ਕਰਦੇ ਹਾਂ। ਭਾਈ ਸਾਹਿਬ ਦੇ ਕਾਲ ਚਲਾਣੇ ਮਗਰੋਂ ਸਿੱਖ ਪੰਥ ਦੇ ਮੁਖੀਆਂ ਨੇ ਸਿੱਖ ਕਨਿਆ ਮਹਾਵਿਦਿਆਲੇ ਦਾ ਪ੍ਰਬੰਧ ਭਾਈ ਸਾਹਿਬ ਦੇ ਪਰਿਵਾਰ ਨੂੰ ਸੌਂਪ ਦਿੱਤਾ। ਭਾਈ ਸਾਹਿਬ ਦਾ ਲੜਕਾ ਗੁਰਬਖਸ਼ ਸਿੰਘ ਦਾ ਫੌਜ ਵੀ ਸੀ, ਇਸ ਲਈ ਪ੍ਰਬੰਧ ਦਾ ਸਾਰਾ ਭਾਰ ਭਾਈ ਸਾਹਿਬ ਦੀਆਂ ਧੀਆਂ ਬੀਬੀ ਪ੍ਰੀਤਮ ਕੌਰ ਅਤੇ ਬੀਬੀ ਗੁਰਬਖਸ਼ ਕੌਰ ਦੇ ਮੋਢਿਆਂ ਤੇ ਆ ਪਿਆ। ਦੋਹਾਂ ਭੈਣਾਂ ਨੇ ਵਿਦਿਆਲੇ ਨੂੰ ਬਹੁਤ ਸਫਲਤਾ ਸਹਿਤ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਉਹਨਾਂ ਲੋਕਾਂ ਨੂੰ ਬਹੁਤ ਨਮੋਸ਼ੀ ਹੋਈ ਜੋ ਲੰਮੇ ਸਮੇਂ ਤੋਂ ਵਿਦਿਆਲੇ ਤੇ ਕਬਜ਼ਾ ਕਰਨ ਲਈ ਤਰ੍ਹਾਂ ਦੇ ਹਥਕੰਡੇ ਵਰਤਦੇ ਆ ਰਹੇ ਸਨ। ਹੁਣ ਤਾਂ ਉਹਨਾਂ ਨੂੰ ਸੁਨਹਿਰਾ ਮੌਕਾ ਮਿਲ ਗਿਆ ਕਿ ਉਹਨਾਂ ਨੇ ਵਿਦਿਆਲੇ ਦੇ ਨਵੇਂ ਪ੍ਰਬੰਧ ਵਿਰੁੱਧ ਪ੍ਰਚਾਰ ਕਰਨ ਅਤੇ ਵਿਦਿਆਲੇ ਨੂੰ ਨੁਕਸਾਨ ਪਹੁੰਚਾਉਣ ਲਈ ਘਟੀਆ ਤੋਂ ਘਟੀਆ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇ। ਉਹਨਾਂ ਪ੍ਰਬੰਧ ਵਿਰੁੱਧ ਪੈਂਫਲੇਟ ਛਾਪ ਕੇ ਵੰਡੇ। ਵਿਦਿਆਲੇ ਦੇ ਹਿਤੈਸ਼ੀਆਂ ਵੱਲੋਂ ਮਿਲ ਰਹੇ ਸਹਿਯੋਗ ਨੂੰ ਬੰਦ ਕਰਾਉਣ ਦੇ ਯਤਨ ਕੀਤੇ। ਸਰਕਾਰ ਦੇ ਵਿਦਿਅਕ ਵਿਭਾਗ ਕੋਲ ਝੂਠੇ ਡੈਪੂਟੇਸ਼ਨ ਭੇਜੇ, ਚਿੱਠੀਆਂ ਅਤੇ ਮੈਮੋਰੰਡਮ ਭੇਜੇ, ਅਖਬਾਰਾਂ ਵਿੱਚ ਦੂਸ਼ਣਬਾਜ਼ੀ ਵਾਲੇ ਲੇਖ ਛਪਵਾਏ, ਗੁਰਦੁਆਰਿਆਂ ਦੇ ਦੀਵਾਨਾਂ ਵਿੱਚ ਸਭਾ ਸੁਸਾਇਟੀਆਂ ਦੀਆਂ ਸਟੇਜਾਂ ਤੇ ਲੈਕਚਰ ਦਿੱਤੇ। ਇਸ ਤਰ੍ਹਾਂ ਦਾ ਜ਼ਹਿਰੀਲਾ ਪ੍ਰਚਾਰ ਆਖਰ ਰੰਗ ਲਿਆਇਆ ਅਤੇ ਵਿਦਿਆਲੇ ਦੀ ਆਰਥਿਕ ਦਿਸ਼ਾ ਖਸਤਾ ਹੋ ਗਈ। ਪੰਜਾਬ ਸਰਕਾਰ ਨੇ ਵੀ ਅਗਲੇ ਹੁਕਮ ਤੱਕ ਗ੍ਰਾਂਟ ਬੰਦ ਕਰ ਦਿੱਤੀ। ਕਪੂਰਥਲਾ ਦਰਬਾਰ ਵੱਲੋਂ ਮਿਲਦੀ ਮਦਦ ਬੰਦ ਹੋ ਗਈ। ਫਰੀਦਕੋਟ ਦਰਬਾਰ ਵੱਲੋਂ ਹਰ ਮਹੀਨੇ 100 ਰੁਪਏ ਮਿਲਦੇ ਸਨ, ਉਹ ਵੀ ਬੰਦ ਹੋ ਗਏ। ਪ੍ਰਸਿੱਧ ਹਨੀ ਅਤੇ ਭਾਈ ਸਾਹਿਬ ਦੇ ਮਿੱਤਰ ਦਿੱਲੀ ਵਾਲੇ ਰਾਏ ਬਹਾਦਰ ਵਿਸਾਖਾ ਸਿੰਘ ਸਮੇਂ-ਸਮੇਂ ਖੁੱਲੇ ਗੱਫੇ ਦਿੰਦੇ ਸਨ ਤੇ ਹਰ ਮਹੀਨੇ 200 ਰੁਪਏ ਸਹਾਇਤਾ ਦਿੰਦੇ ਸਨ। ਉਹਨਾਂ ਵਿਰੋਧੀ ਗੁੰਡਿਆਂ ਤੋਂ ਡਰਦਿਆਂ ਹੋਇਆ ਸਹਾਇਤਾ ਬੰਦ ਕਰ ਦਿੱਤੀ। ਉਤੋਂ ਵਿਦਿਆਲੇ ਦਾ ਕੁੱਲ ਖਰਚਾ, ਜਿਸ ਵਿੱਚ ਯਤੀਮ ਬੱਚਿਆਂ ਦੀ ਸਹਾਇਤਾ ਵੀ ਸ਼ਾਮਲ ਸੀ, ਲਗਭਗ 1000 ਰੁਪਏ ਮਹੀਨਾ ਸੀ। ਵਿਦਿਆਲੇ ਵੀ 300 ਬੀਬੀਆਂ ਪੜ੍ਹਦੀਆਂ ਸਨ ਅਤੇ FA ਦੀ ਕਲਾਸਾਂ ਵੀ ਜਾਰੀ ਸਨ, ਜਿਨ੍ਹਾਂ ਵਿੱਚ 30 ਬੀਬੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਸਨ।
ਜ਼ਹਿਰੀਲੇ ਪ੍ਰਚਾਰ ਦਾ ਵਿਦਿਆਰਥੀਆਂ ਦੀ ਗਿਣਤੀ ਉੱਤੇ ਕੋਈ ਅਸਰ ਨਾ ਪਿਆ ਅਤੇ ਨਾ ਹੀ ਵਿਦਿਆਲੇ ਦੀ ਉੱਤਮ ਉੱਚੀ ਖਲਾਕ ਭਰੀ ਤੇ ਗੁਰਸਿੱਖੀ ਤੇ ਭਾਵ ਵਾਲੀ ਤਾਲੀਮ ਦੇਣ ਵਾਲੀ ਸੱਚਾਈ ਬਾਰੇ ਮਾਪਿਆਂ ਦੇ ਦਿਲਾਂ ਵਿੱਚ ਦ੍ਰਿੜ ਹੋਇਆ ਵਿਸ਼ਵਾਸ ਘਟ ਸਕਿਆ। ਪਰ ਮਾਇਆ ਦੀ ਤੰਗੀ ਕਰਕੇ ਪੈਦਾ ਹੋਈਆਂ ਸਖਤ ਔਕੜਾਂ ਦਾ ਮੁਕਾਬਲਾ ਪ੍ਰਬੰਧਕ ਬਹੁਤ ਦੇਰ ਤੱਕ ਨਾ ਕਰ ਸਕੇ। ਪ੍ਰਬੰਧਕਾਂ ਦੇ ਸਿਰ ਰੋਜ਼-ਰੋਜ਼ ਕਰਜ਼ਾ ਚੜ੍ਹਦਾ ਗਿਆ ਅਤੇ ਕਿਸੇ ਦੀਵਾਨ, ਸਭਾ, ਸੁਸਾਇਟੀ ਜਾਂ ਗੁਰਦੁਆਰਾ ਕਮੇਟੀਆਂ ਵੱਲੋਂ ਕੋਈ ਸਹਾਇਤਾ ਨਾ ਕੀਤੀ ਗਈ। ਵਿਦਿਆਲੇ ਦੇ ਮਿੱਤਰ ਅਤੇ ਸਹਾਇਤਾ ਵਿਰੋਧੀ ਵੱਲੋਂ ਬੇਇੱਜ਼ਤੀ ਹੋਣ ਦੇ ਡਰੋਂ ਚੁੱਪ ਕਰਕੇ ਘਰ ਬੈਠ ਗਏ ਤੇ ਵਿਰੋਧੀ ਜ਼ੋਰ ਫੜਦੇ ਰਹੇ। ਜੋ ਵਿਰੋਧੀ ਤਕੜੇ ਸਨ ਤਾਂ ਪ੍ਰਬੰਧਕ ਭੈਣਾਂ ਨੇ ਵੀ ਹਿੰਮਤ ਨਾ ਹਾਰੀ ਅਤੇ ਸੰਘਰਸ਼ ਜਾਰੀ ਰੱਖਿਆ। ਆਖਰ ਬਹਾਦਰ ਮਾਵਾਂ ਅਤੇ ਦਲੇਰ ਪਿਤਾ ਦੀਆਂ ਪੁੱਤਰੀਆਂ ਸਨ। ਉਹਨਾਂ ਨੂੰ ਪਤਾ ਸੀ ਕਿ ਝੂਠ ਦੇ ਪੈਰ ਨਹੀਂ ਹੁੰਦੇ, ਇਸ ਲਈ ਹਰ ਔਕੜ ਅੱਗੇ ਚਟਾਨ ਬਣ ਕੇ ਖੜੀਆਂ ਹੋ ਗਈਆਂ। ਉਹਨਾਂ ਦਾ ਸਾਰਾ ਕਰਜ਼ਾ ਉਤਾਰ ਕੇ ਹੀ ਸਾਹ ਲਿਆ ਅਤੇ ਵਿਦਿਆਲਿਆਂ ਨੂੰ ਪਹਿਲੀ ਵਾਰੀ ਹਾਲਤ ਵਿੱਚ ਲੈ ਆਂਦਾ। ਪਿਤਾ ਨੂੰ ਦਿੱਤਾ ਗਿਆ ਵਚਨ ਪੂਰਾ ਹੋਣ ਮਗਰੋਂ ਹੀ ਉਹਨਾਂ ਨੇ ਆਨੰਦ ਕਾਰਜ ਕਰਵਾਏ ਅਤੇ ਉਹਨਾਂ ਦੇ ਵਿਆਹ ਮਗਰੋਂ ਵਿਦਿਆਲੇ ਦਾ ਪ੍ਰਬੰਧ ਉਹਨਾਂ ਦੇ ਵੀਰ ਗੁਰਬਖਸ਼ ਸਿੰਘ ਅਤੇ ਉਸਦੇ ਪਰਿਵਾਰ ਨੇ ਸੰਭਾਲ ਲਿਆ। ਅੱਜ ਵੀ ਭਾਈ ਸਾਹਿਬ ਦੁਆਰਾ ਲਿਖਿਆ ਗਿਆ ਬੂਟਾ ਸਿੱਖ ਕੰਨਿਆ ਮਹਾਵਿਦਿਆਲੇ ਫਿਰੋਜ਼ਪੁਰ ਦੇ ਨਾਮ ਨਾਲ ਪ੍ਰਸਿੱਧ ਹੈ ਅਤੇ ਇੱਥੇ ਹਾਇਰ ਸੈਕੰਡਰੀ ਤੱਕ ਦੀ ਵਿਦਿਆ ਦਿੱਤੀ ਜਾਂਦੀ ਰਹੀ ਹੈ। ਇਹ ਭਾਈ ਸਾਹਿਬ ਭਾਈ ਤਖਤ ਸਿੰਘ ਜੀ ਜਿੰਦਾ ਸ਼ਹੀਦ ਦੀ ਜਿਉਂਦੀ ਜਾਗਦੀ ਯਾਦਗਾਰ ਹੈ। ਸਮਾਂ ਹੋ ਚੱਲਿਆ ਹੈ, ਮੈਂ ਆਪ ਜੀ ਦੇ ਨਾਲ ਇੰਨੀ ਹੀ ਗੱਲ ਅੱਜ ਸਾਂਝੀ ਕੀਤੀ ਹੈ। ਆਸ ਹੈ ਆਪ ਜੀ ਬੜੇ ਪਿਆਰ ਨਾਲ ਇਸ ਨੂੰ ਸਰਵਣ ਕੀਤਾ ਹੈ। ਔਰ ਜਿਹੜੀ ਗੱਲ ਮੈਨੂੰ ਇਸ ਵਿੱਚੋਂ ਸਮਝ ਆਈ ਹੈ ਉਹ ਹੈ ਕਿ ਦ੍ਰਿੜ ਇਰਾਦੇ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਹੈ ਉਹ ਸੰਭਵ ਨਹੀਂ ਹੈ। ਇਸ ਲਈ ਦ੍ਰਿੜ ਇਰਾਦਾ ਹੋਣਾ ਬਹੁਤ ਲਾਜ਼ਮੀ ਹੈ। ਔਰ ਮਹਾਰਾਜ ਦੇ ਉੱਪਰ ਭਰੋਸਾ, ਅਕਾਲ ਪੁਰਖ ਦੇ ਉੱਪਰ ਕਿ ਅਕਾਲ ਪੁਰਖ ਸਾਡਾ ਅੰਗ ਸੰਗ ਹਮੇਸ਼ਾ ਸਹਾਇਤਾ ਕਰੇਗਾ ਸਾਡੀ, ਇਹ ਗੱਲ ਸਾਡੇ ਮਨ ਦੇ ਵਿੱਚ ਹਮੇਸ਼ਾ ਹੀ ਟਿਕੀ ਰਹਿਣੀ ਚਾਹੀਦੀ ਹੈ। ਤਾਂ ਇਹ ਅਗਰ ਸਾਡੇ ਮਨ ਵਿੱਚ ਗੱਲ ਟਿਕੀ ਹੈ ਤਾਂ ਫਿਰ ਜ਼ਰੂਰ ਹੀ ਸਾਡਾ ਇਹ ਜਿਹੜਾ ਕਾਰਜ ਹੈ ਉਹ ਸਫਲ ਹੋਏਗਾ। ਤਾਂ ਅੱਜ ਦੇ ਵਿਚਾਰਾਂ ਨੂੰ ਇੱਥੇ ਸੰਕੋਚਦਾ ਹਾਂ ਤੇ ਆਪ ਜੀ ਦੇ ਨਾਲ ਸਿੱਖ ਪੰਥ ਦੇ ਇੱਕ ਹੋਰ ਸਿਰਕੱਢ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਤਖਤ ਦੇ ਉਹਨਾਂ ਨੇ ਜੋ ਭਾਈ ਸਾਹਿਬ ਦੇ ਬਾਰੇ ਕੰਨਿਆ ਮਹਾਵਿਦਿਆਲੇ ਫਿਰੋਜ਼ਪੁਰ ਬਾਰੇ ਆਪਣੇ ਵਿਚਾਰ ਲਿਖੇ ਹਨ ਉਹ ਮੈਂ ਸਾਂਝਾ ਕਰਦਾ ਹਾਂ। ਉਹ ਲਿਖਦੇ ਹਨ, ਖੁਸ਼ ਨਸੀਬ ਹਾਂ ਸਿੱਖ ਕੰਨਿਆ ਮਹਾਵਿਦਿਆਲੇ ਵਿੱਚ ਆ ਕੇ, ਖੁਸ਼ ਨਸੀਬ ਹਾਂ ਧੂੜ ਇਸ ਪਾਵਨ ਧਰਤੀ ਦੀ ਮਸਤਕ ਤੇ ਲਾ ਕੇ, ਖੁਸ਼ ਨਸੀਬ ਹੋਇਆ ਹਾਂ ਇੱਥੇ ਪੜ੍ਹਨ ਆਇਆ ਦਾ ਦੀਦ ਖੁਸ਼ ਨੂੰ ਪਾ ਕੇ, ਖੁਸ਼ ਨਸੀਬ ਹੋ ਗਿਆ ਹਾਂ ਧਿਆਨ ਵਿੱਚ ਭਾਈ ਤਖਤ ਸਿੰਘ ਲਿਆ ਕੇ। ਧੰਨ ਸਨ ਉਹ ਸੇਵਕ ਸਤਿਗੁਰ ਦੇ ਜਿਨ੍ਹਾਂ ਵਿਦਿਆਲੇ ਖੋਲ ਦਿਖਾਇਆ, ਜਦੋਂ ਧਨ ਦੌਲਤ ਹੈ ਨਹੀਂ ਸੀ ਉਹਨਾਂ ਉਦੋਂ ਕ੍ਰਿਸ਼ਮਾ ਕਰ ਵਿਖਾਇਆ, ਜਦੋਂ ਧੀਆਂ ਦੀ ਉੱਚ ਵਿਦਿਆ ਤਾਂ ਉਹਨਾਂ ਬੂਟਾ ਸਦ ਹਰਿਆਵਲ ਲਾਇਆ, ਵਾਅਦਾ ਦਿੱਤਾ ਗਿਆਨੀ ਦੇਸ ਸਿੰਘ ਜੀ ਨੂੰ ਉਹਨਾਂ ਪੂਰਾ ਕਰ ਨਿਭਾਇਆ, ਅੜਚਨਾ ਕਈ ਆਈਆਂ ਸਨ ਨਹੀਂ ਉਹਨਾਂ ਮਨ ਡੁਲਾਇਆ ਸੀ, ਜੋ ਉਸ ਸਮੇਂ ਕਿਧਰੇ ਨਹੀਂ ਸੀ ਹੋਇਆ ਉਹਨਾਂ ਕਰ ਦਿਖਾਇਆ ਸੀ, ਮੁਸੀਬਤਾਂ ਲੱਖ ਆਉਣਗੀਆਂ ਅੱਗੇ ਹੱਲ ਕਰਨ ਦਾ ਜੇਰਾ ਪਾਇਆ ਸੀ, ਸਾਥ ਲੱਭਣਾ ਔਖਾ ਸੀ ਉਸ ਵੇਲੇ ਉਹਨਾਂ ਸਾਥੀ ਰੱਬ ਬਣਾਇਆ ਸੀ, ਵਿਦਿਆ ਪੜ੍ਹਨ ਧੀਆਂ ਨਹੀਂ ਸੀ ਦਿੰਦੇ ਉਹਨਾਂ ਜਿੰਮਾ ਸੀ ਚੁੱਕਿਆ, ਚਾਰ ਦੀਵਾਰੀ ਵਿੱਚ ਕੈਦ ਧੀਆਂ ਨੂੰ ਲਿਆ ਵਿਦਿਆ ਮੰਦਰ ਤੱਕ ਰੁਕਿਆ, ਔਕੜਾਂ ਲੱਖ ਉਹਨਾਂ ਸਾਹਮਣੇ ਆਈਆਂ ਸਿਰ ਉਹਨਾਂ ਦਾ ਕਦੀ ਨਾ ਚੁੱਕਿਆ, ਲੱਖ ਤਾਨੇ ਮਿਹਨੇ ਮਾਰੇ ਸੀ ਲੋਕਾਂ ਭਾਈ ਤਖਤ ਸਿੰਘ ਕਦੀ ਨਹੀਂ ਰੁਕਿਆ, ਔਕੜਾਂ ਲੱਖ ਉਹਨਾਂ ਸਾਹਮਣੇ ਆਈਆਂ ਸਿਰ ਉਹਨਾਂ ਦਾ ਕਦੀ ਨਾ ਚੁੱਕਿਆ, ਲੱਖ ਤਾਨੇ ਮਿਹਨੇ ਮਾਰੇ ਸੀ ਲੋਕਾਂ ਭਾਈ ਤਖਤ ਸਿੰਘ ਕਦੀ ਨਾ ਚੁੱਕਿਆ। ਇਹ ਵਿਚਾਰ ਜਿਹੜੇ ਭਾਈ ਸਾਹਿਬ ਜੀ ਨੇ ਗਿਆਨੀ ਕੇਵਲ ਸਿੰਘ ਜੀ ਜੋ ਸਾਬਕਾ ਜਥੇਦਾਰ ਸ੍ਰੀ ਤਖਤ ਦਮਦਮਾ ਸਾਹਿਬ ਦੇ ਸਨ ਉਹਨਾਂ ਨੇ ਲਿਖ ਕੇ ਸਾਡੇ ਮਾਨਯੋਗ ਵੀਰ ਰਣਜੀਤ ਸਿੰਘ ਜੀ ਨੂੰ ਭੇਜੇ ਹਨ ਤੇ ਮੈਂ ਆਪ ਜੀ ਨੂੰ ਪੜ੍ਹ ਕੇ ਸੁਣਾਏ ਹਨ। ਤੋ ਅੱਜ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦਾ ਹੋਇਆ ਫਤਿਹ ਬੁਲਾਣਾ ਹਾਂ ਔਰ ਆਸ ਕਰਦਾ ਹਾਂ ਕਿ ਕੌਮ ਐਸੇ ਜਿਹੜੇ ਦ੍ਰਿੜ ਇਰਾਦੇ ਵਾਲੇ ਔਰ ਸਿੱਖੀ ਨਾਲ ਭਰਪੂਰ ਜਜ਼ਬੇ ਵਾਲੇ ਜਿਹੜੇ ਗੁਰਸਿੱਖ ਸਾਡੇ ਵਿੱਚ ਲਿਆਉਣ ਤਾਂ ਕਿ ਕੌਮ ਚੜ੍ਹਦੀ ਕਲਾ ਵਿੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।